किम सचियारा होइए, किम सचियारा होइए, किम कूड़े टुटे पाल, किम कूड़े टुटे पाल। हुक्म रज़ाई चलना, हुक्म रज़ाई चलना, नानक लिखे आना, नानक लिखे आना। किम सचियारा होइए, किम सचियारा होइए, किम कूड़े टुटे पाल, किम कूड़े टुटे पाल। हुक्म रज़ाई चलना, हुक्म रज़ाई चलना, नानक लिखे आना, नानक लिखे आ, नानक लिखे आ, नानक लिखे आना। प्यारी साध संगत जी, ਅਸੀਂ ਸਾਰੇ ਬਚਪਨ ਤੋਂ 2-3 ਸਾਲ ਦੀ ਉਮਰ ਤੋਂ ਜ਼ਬਾਨੀ ਜਪਜੀ ਸਾਹਿਬ ਕਰਨਾ ਸਿੱਖ ਜਾਂਦੇ ਹਾਂ। ਪਰ ਜਦੋਂ ਮੈਂ ਇਹਦੇ ਵਿੱਚ ਡਵੈਲ ਕਰ ਰਿਹਾ ਸੀ ਤੇ ਮੈਂ ਸੋਚ ਰਿਹਾ ਸੀ ਕਿ 45-50 ਸਾਲ ਦੀ ਉਮਰ ਹੋ ਗਈ, ਇਤਨੀ ਗ੍ਰੇਟ ਇਨਸਾਨ ਨੂੰ ਸਮਝਾਉਣ ਦੀ ਇਹ ਪੋਇਟਰੀ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਕੀਮਤੀ ਸੁਚੱਜੇ ਢੰਗ ਦੇ ਨਾਲ ਇਸ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਕਿ ਇਨਸਾਨ ਨੂੰ ਚੰਗੇ ਖਰੇ ਖਿਆਲ ਜੇ ਨਹੀਂ ਆਉਂਦੇ ਹਨ, ਉਸ ਦੀ ਸ਼ਖਸੀਅਤ ਵਿਗੜ ਜਾਂਦੀ ਹੈ, ਉਸ ਦਾ ਕਰੈਕਟਰ ਖਰਾਬ ਹੋ ਜਾਂਦਾ ਹੈ, ਉਹ ਸਦਾਚਾਰੀ ਤੋਂ ਦੁਰਾਚਾਰੀ ਬਣ ਜਾਂਦਾ ਹੈ। ਉਸ ਦਾ ਕਾਰਨ ਲੱਭਿਆ ਜਾਏ, ਉਹ ਕਿਉਂ ਇਸ ਤਰ੍ਹਾਂ ਹੋ ਜਾਂਦਾ ਹੈ, ਅਤੇ ਸਿਰਫ ਲੱਭਿਆ ਹੀ ਨਾ ਜਾਏ। ਗੁਰੂ ਸਾਹਿਬ ਦੀ ਗ੍ਰੇਟਨੈਸ ਕੀ ਹੈ? ਆਮ ਤੌਰ 'ਤੇ ਡਾਕਟਰ ਅਸੀਂ ਸਾਰੇ ਹੀ ਹਾਂ, ਅਸੀਂ ਸਾਰੇ ਬਿਮਾਰੀ ਦੀ ਗੱਲ ਕਰਦੇ ਹਾਂ, ਅਸੀਂ ਸਾਰੇ ਕਹਿੰਦੇ ਹਾਂ ਜ਼ਮਾਨਾ ਵਿਗੜ ਗਿਆ ਹੈ, ਬੱਚੇ ਵਿਗੜ ਗਏ ਹਨ, ਨੂੰਹ ਸੱਸ ਦੀ ਨਹੀਂ ਬਣਦੀ, ਸਾਰੀ ਦੁਨੀਆ ਖਰਾਬ ਹੋ ਗਈ ਹੈ। ਔਰ ਬੇਅੰਤ ਐਸੀਆਂ ਮਿਸ ਹੈਪਨਿੰਗਸ ਤੋਂ ਲੈ ਕੇ, ਟੈਬੂਸ ਤੋਂ ਲੈ ਕੇ ਅਸੀਂ ਸਮਾਜ ਦੀਆਂ ਬਹੁਤ ਗੱਲਾਂ ਕਰਦੇ ਹਾਂ। ਦੈਟ ਮੀਨਸ ਸਾਨੂੰ ਸਭ ਨੂੰ ਡਾਕਟਰ ਬਣਨ ਦੀ ਜਾਂਚ ਹੈ, ਐਂਡ ਵੀ ਕੈਨ ਡਾਇਗਨੋਜ਼ ਵਾਟ ਇਜ਼ ਗੋਇੰਗ ਔਨ, ਬਟ ਵੀ ਡੋਂਟ ਨੋ ਵਾਟ ਇਜ਼ ਦਾ ਸੋਲਿਊਸ਼ਨ। ਬਿਮਾਰੀ ਨੂੰ ਲੱਭ ਲੈਣਾ ਕੋਈ ਬਹੁਤੀ ਵੱਡੀ ਗ੍ਰੇਟਨੈਸ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਰੋਗ ਦਾਰੂ ਦੋਵੇਂ ਬੁੱਝਿਆ ਤਾਂ ਵੈਦ ਸੁਝਾਣ। ਰੋਗ ਨੂੰ ਪਛਾਣਿਆ ਵੀ ਜਾਵੇ ਔਰ ਉਸ ਦਾ ਇਲਾਜ ਵੀ ਲੱਭਿਆ ਜਾਵੇ, ਔਰ ਇਲਾਜ ਵੀ ਸਿਰਫ ਬੋਗਸ ਗੱਲਾਂ ਨਹੀਂ, ਇਲਾਜ ਵੀ ਉਹ ਜਿਸ ਨੂੰ ਦੁਨੀਆ ਦਾ ਕੋਈ ਵੀ ਇਨਸਾਨ ਐਪਲਾਈ ਕਰੇ ਉਹ ਡੈਫੀਨੇਟਲੀ ਸ਼ੋਰ ਸ਼ਾਟ ਠੀਕ ਹੀ ਹੋ ਜਾਂਦਾ ਹੈ, ਬਸ਼ਰਤੇ ਕਿ ਉਹ ਐਪਲਾਈ ਕਰੇ। ਇਸ ਕਰਕੇ ਗੁਰੂ ਸਾਹਿਬ ਨੇ ਜਪਜੀ ਸਾਹਿਬ ਅੰਦਰ ਮਨੁੱਖ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਇਹ ਮਨੁੱਖ ਤੈਨੂੰ ਕੂੜ ਕਿੱਥੋਂ ਚੜ੍ਹਦੀ ਹੈ, ਤੇਰਾ
ਮੈਲਾਫਾਈਡ ਫੰਕਸ਼ਨਿੰਗ ਕਿਸ ਤਰ੍ਹਾਂ ਹੁੰਦੀ ਹੈ, ਮੈਲਾਈਨ ਮਨ ਕਿਸ ਤਰ੍ਹਾਂ ਹੁੰਦਾ ਹੈ, ਅਤੇ ਉਸ ਤੋਂ ਬਾਅਦ ਤੇਰਾ ਕਰੈਕਟਰ ਕਿਸ ਤਰ੍ਹਾਂ ਖਰਾਬ ਹੋ ਜਾਂਦਾ, ਤੈਨੂੰ ਸਮਝ ਹੀ ਨਹੀਂ ਆਉਂਦੀ, ਤੂੰ ਸੋਚ ਨਹੀਂ ਪਾਉਂਦਾ, ਤੂੰ ਇੰਟਰੋਸਪੈਕਟਿਵ ਨਹੀਂ ਹੋ ਪਾਉਂਦਾ, ਤੂੰ ਆਪਣੇ ਅੰਤਰਾਤਮੇ ਦੀ ਖੋਜ ਹੀ ਨਹੀਂ ਕਰ ਪਾਉਂਦਾ। ਮੈਂ ਐਸਾ ਕਿਉਂ ਹੂੰ। ਇੱਕ ਅਸੀਂ ਸ਼ਲੋਕ ਪੜ੍ਹਿਆ ਸੀ, ਕਬੀਰ ਸਾਹਿਬ ਦਾ ਮੈਨੂੰ ਸ਼ਲੋਕ ਯਾਦ ਆਇਆ। ਕਬੀਰ ਸਾਹਿਬ ਕਹਿੰਦੇ, ਸਾਈਂ ਮੁਝ ਮੈਂ ਕਿਆ ਖਤਾ, ਸਾਈਂ ਮੁਝ ਮੈਂ ਕਿਆ ਖਤਾ, ਮੁਖੋਂ ਨਾ ਬੋਲੇ ਪੀ, मुखों न बोले पी, साईं मुझ में क्या खता, साईं मुझ में क्या खता, मुखों न बोले पी, मुखों न बोले पी, साईं मुझ में क्या खता, साईं मुझ में क्या खता। कबीर हज काबे होए गया, हज काबे होए गया, केती बार कबीर, केती बार कबीर, केती बार कबीर, साईं मुझ में क्या, साईं मुझ में क्या खता। ऐ मेरे साईं जी, है मेरे रब जी, काइंडली टेल मी, मेरे च की खता है, मेरे च की गलती है, मेरे अंदर दा पीर बोलता नहीं, आई एम नॉट डायरैक्टेड बाई माई अंदर दा पीर। ਜਦੋਂ ਇਨਸਾਨ ਆਪਣੀ ਇੰਟਰੋਸਪੈਕਸ਼ਨ ਵੱਲ ਧਿਆਨ ਨਾ ਪਾ ਸਕੇ, ਮਨ ਉਹਦੇ ਅੰਦਰ ਦਾ ਪੀਰ ਬੋਲਦਾ ਹੈ ਪਰ ਉਹਨੂੰ ਸੁਣਾਈ ਨਹੀਂ ਦਿੰਦਾ, ਜਾਂ ਬੋਲਦਾ ਹੈ ਉਹ ਉਸ ਦੀ ਆਵਾਜ਼ ਨੂੰ ਦਬਾਉਣਾ ਸਿੱਖ ਜਾਂਦਾ ਹੈ। ਵੀ ਆਲ ਆਰ ਚੈਂਪੀਅਨ ਹਾਊ ਟੂ ਸਪਰੈਸ। ਚੰਗੀ ਗੱਲ ਸਾਨੂੰ ਪਤਾ ਲੱਗਦੀ ਹੈ ਪਰ ਅਸੀਂ ਉਸ ਨੂੰ ਜੀਣਾ ਨਹੀਂ ਚਾਹੁੰਦੇ ਹਾਂ। ਦੈਟਸ ਹਾਊ we are Olympic champions how to suppress ਚੰਗੀ ਗੱਲ। we don't want to be practical ideals। ਫਿਰ ਆਪ ਹੀ ਕਹਿੰਦੇ ਆ, ਵੀਰ ਜੀ ਅਸੀਂ ਗੁਰਦੁਆਰੇ ਜਾਂਦੇ ਹਾਂ, ਅਸੀਂ ਪਾਠ ਕਰਦੇ ਹਾਂ, ਪਰ ਜਦੋਂ ਮੌਕਾ ਆਉਂਦਾ ਅਸੀਂ ਐਗਜ਼ਾਮ ਵਿੱਚ ਫੇਲ ਕਿਉਂ ਹੋ ਜਾਂਦੇ ਹਾਂ? ਗੁੱਸਾ ਵੀ ਚੜ੍ਹ ਜਾਂਦਾ ਹੈ, ਕ੍ਰੋਧ ਵੀ ਕਰ ਲੈਂਦੇ ਹਾਂ, ਨਫ਼ਰਤ ਵੀ ਕਰ ਲੈਂਦੇ ਹਾਂ, ਤੇਰ ਮੇਰ ਵੀ ਕਰ ਲੈਂਦੇ ਹਾਂ, ਹਿੰਦੂ ਮੁਸਲਮਾਨ ਸਿੱਖ ਈਸਾਈ ਵਿਤਕਰਾ ਵੀ ਕਰ ਹੀ ਤੇ ਲੈਂਦੇ ਹਾਂ। ਵੀਰ ਜੀ ਅਸੀਂ ਇੰਝ ਕਿਉਂ ਹਾਂ? ਅਸੀਂ ਸਾਰੇ ਇਸ ਤਰ੍ਹਾਂ ਤਾਂ ਹਾਂ ਕਿਉਂਕਿ ਮੈਂ ਅੰਦਰ ਦੀ ਆਵਾਜ਼ ਨੂੰ ਦਬਾਉਣਾ ਸਿੱਖ ਗਿਆ ਹਾਂ। ਮੈਨੂੰ ਠੀਕ ਗੱਲ ਪਤਾ ਤੇ ਲੱਗ ਜਾਂਦੀ ਹੈ, ਬਟ ਆਈ ਡੋਂਟ ਵਾਂਟ ਟੂ ਫੋਲੋ, ਸੋ ਦੈਟਸ ਵਾਈ ਆਈ ਨੋ ਹਾਊ ਟੂ ਸਪਰੈਸ ਇਟ। ਅੰਦਰ ਦਾ ਪੀਰ ਤੇ ਬੋਲਦਾ ਹੈ ਪਰ ਮੈਂ ਸੁਣਨਾ ਨਹੀਂ ਚਾਹੁੰਦਾ ਹਾਂ। ਕਬੀਰ ਸਾਹਿਬ ਕਹਿੰਦੇ ਨੇ, ਸਾਈਂ ਮੁਝ में क्या खता है, कम से कम इतनी अच्छी अवस्था है कि मैं अंदर ਦੀ ਆਵਾਜ਼ ਕਿਉਂ ਨਹੀਂ ਸੁਣਦਾ। ਅਸੀਂ ਤੇ ਮੰਨਦੇ ਹੀ ਨਹੀਂ ਕਿ ਮੈਂ ਗੁਨਾਹਗਾਰ ਹਾਂ। ਅਸੀਂ ਤੇ ਮੰਨਦੇ ਹਾਂ ਆਈ ਐਮ ਬਹੁਤ ਸ਼ਰੀਫ, ਆਈ ਐਮ ऑनेस्ट, आई एम द ओनली पायस मैन। मेरे जैसा तो कोई धर्मी है ही नहीं है, मेरे जैसा शरीफ कोई नहीं है। मैंने सबको प्यार किया, लोगों ने मुझे धोखा दिया। मैनू कोई प्यार नहीं करता, जो मेरे नेड़े आंदा मैं उसदा भला किया, सारे मैनू धोखा दे गए। मैं ही तो सब तो शरीफ हाँ, क्योंकि मैं ही तो ठीक हाँ, क्योंकि मैं ही तो सिर्फ इंसान हाँ, बाकी तो सारे शैतान ने। ए भुलेखा
ਆਪਣੀ ਇੰਟਰੋਸਪੈਕਸ਼ਨ ਹੀ ਨਾ ਕਰ ਪਾਣੀ। ਜਦੋਂ ਵੀ ਪਤੀ ਪਤਨੀ ਨੂੰ ਸਤਾਉਂਦਾ ਹੈ ਔਰ ਪਤਨੀ ਜਦੋਂ ਉਸ ਨੂੰ ਕਹਿੰਦੀ ਹੈ ਤੁਸੀਂ ਆਪਣੀ ਗਿਰੇਬਾਨ 'ਚ ਝਾਕ ਕੇ ਵੇਖੋ, ਜੇ ਤੁਹਾਡੀ ਭੈਣ ਮਾਂ ਨਾਲ ਕੋਈ ਇਸ ਤਰ੍ਹਾਂ ਮਿਸਬਿਹੇਵ ਕਰੇ ਤੁਹਾਨੂੰ ਅੱਛਾ ਨਹੀਂ ਲੱਗੇਗਾ ਨਾ। ਉਹ ਨਹੀਂ ਸਮਝਦਾ, ਲੇਕਿਨ ਜਦੋਂ ਉਸ ਦੀ ਬੇਟੀ ਵਿਆਹ ਕੇ ਜਾਂਦੀ ਹੈ ਔਰ ਉਸ ਦਾ ਜਵਾਈ ਉਹਦੇ ਨਾਲ ਕਰਦਾ ਹੈ ਤਾਂ ਉਹਨੂੰ ਅੰਦਰ ਦੇ ਪੀੜ ਦੀ ਆਵਾਜ਼ ਸੁਣਨ ਦੀ ਜਾਚ ਆ ਜਾਂਦੀ ਹੈ, ਕਿਉਂਕਿ ਉਸ ਵੇਲੇ ਉਹਦੇ ਨਾਲ ਇਹ ਹੈਪਨਿੰਗ ਹੁੰਦੀ ਹੈ। ਪਰ ਅਸੀਂ ਆਪਣੇ ਆਪ ਨੂੰ ਬਿਲਕੁਲ ਠੀਕ ਸਮਝਦੇ ਹਾਂ, ਇਸ ਕਰਕੇ ਜਪਜੀ ਸਾਹਿਬ ਦੀ ਇਹ ਪਹਿਲੀ ਪੌੜੀ ਤੇ ਇਸ ਮੋੜ ਵਿੱਚ ਅਸੀਂ ਆਉਂਦੇ ਹੀ ਨਹੀਂ ਹਾਂ ਕਿ ਮੈਂ ਕੂੜਾ ਹਾਂ, ਮੈਂ ਕੁੜਿਆਰ ਹਾਂ, ਮੇਰੇ ਮੈਲਾਫਾਈਡ ਖਿਆਲ ਹਨ। ਪਹਿਲੀ ਪੌੜੀ 'ਚ ਕਹਿ ਰਹੇ ਨੇ ਕਿਉਂ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟੇ ਪਾਲ, ਮੈਂ ਸਚਿਆਰਾ ਕਿਵੇਂ ਹੋਵਾਂ? ਅੱਛਾ ਮੈਂ ਕੁੜਿਆਰਾ ਹਾਂ। ਯੈਸ, ਇਹੀ ਸਮਝਾਉਣ ਦਾ ਯਤਨ ਹੈ ਕਿ ਤੂੰ ਮਨ ਤੇਰੇ ਉੱਤੇ ਕੂੜ ਹੈ, ਤੂੰ ਮਨ ਕੇ ਤੈਨੂੰ ਖਰਾ ਖਰਾ ਆਖੇ ਸਭ ਕੋਈ ਵਾਲਾ ਖਿਆਲ ਆਉਂਦਾ ਨਹੀਂ ਹੈ, ਤੈਨੂੰ ਖਰੇ ਖਿਆਲ ਨਹੀਂ ਆਉਂਦੇ, ਤੈਨੂੰ ਹਮੇਸ਼ਾ ਨੈਗੇਟਿਵ ਖਿਆਲ ਆਉਂਦੇ ਨੇ। ਔਰ ਇੱਕ ਗੱਲ ਮੈਂ ਹੋਰ ਸਾਂਝ ਕਰਾਂ, ਮੈਨੂੰ ਦੁਨੀਆ ਭਰ ਵਿੱਚ ਵਰਲਡ ਵਾਈਡ ਮੈਂ ਜਿੱਥੇ ਗਿਆ, ਰੀਸੈਂਟਲੀ ਉਹਨੇ ਮੈਨੂੰ ਆਸਟ੍ਰੇਲੀਆ ਇੱਕ ਸਰਦਾਰ ਜੀ ਮਿਲੇ ਨੇ, ਬਜ਼ੁਰਗ ਪਾਪਾ ਜੀ, ਹੀ ਵਾਜ਼ ਆਲਮੋਸਟ 100। ਇੱਕ ਮਾਤਾ ਜੀ ਕਿਸੇ ਹੋਰ ਕੰਟਰੀ 'ਚ ਮਿਲੇ ਸੀ 103 ਸਾਲ ਦੇ। ਮੇਰੇ ਮਦਰ ਆਪ 90 ਦੇ ਨੇ। ਜਿਹੜੇ ਵੱਡੇ ਵੱਡੇ ਬਜ਼ੁਰਗ ਮੈਨੂੰ ਮਿਲਦੇ, ਇੱਕ ਤਾਂ ਉਹਨਾਂ ਨਾਲ ਮੈਨੂੰ ਬੈਠਣ ਦਾ ਚਾਅ ਹੈ, ਲੇਕਿਨ ਜਦੋਂ ਮੈਂ ਉਹਨਾਂ ਨੂੰ ਪੁੱਛਿਆ, ਇਹ ਮੇਰੇ ਇੱਕ ਵੀਰ ਇੱਥੇ ਇੰਦੌਰ ਵਾਲੇ ਬੈਠੇ ਨੇ, ਇਹਨਾਂ ਦੇ ਮਦਰ, ਉਹਨਾਂ ਨੂੰ ਜਦੋਂ ਮੈਂ ਪੁੱਛਿਆ ਤਾਂ ਸਾਰਿਆਂ ਦਾ ਇੱਕ ਕਾਮਨ ਫੈਕਟਰ ਨਿਕਲ ਕੇ ਆਉਂਦਾ ਸੀ, ਵਾਈ ਦੇ ਆਰ ਹੈਲਦੀ ਐਂਡ ਦੇ ਹੈਵ ਲੌਂਗ ਲਾਈਫ, ਬਿਕੋਜ਼ ਦੇ ਆਲਵੇਜ਼ ਥਿੰਕ ਇਨ ਚੜ੍ਹਦੀ ਕਲਾ ਔਰ ਪੋਜ਼ੀਟਿਵਿਟੀ। ਕਿਸੇ ਦੀ ਵੀ ਗੱਲ ਨੂੰ ਜਾਣ ਕੇ ਮਿਸਅੰਡਰਸਟੈਂਡ ਨਹੀਂ ਕਰਨਾ। ਅਸੀਂ ਤਾਂ ਚੰਗਾ ਭਲਾ, ਕਿਉਂਕਿ ਮੈਂ ਠੀਕ ਹਾਂ ਔਰ ਮੈਨੂੰ ਬੜਾ ਦੂਜਿਆਂ ਨੂੰ ਜੱਜ ਕਰਨ ਦੀ ਅਕਲ ਹੈ, ਮੈਂ ਅੰਤਰਜਾਮੀ ਹਾਂ। ਕੂੜਾ ਮੈਂ ਮੰਨਦਾ ਹੀ ਨਹੀਂ। ਜਪਜੀ ਸਾਹਿਬ ਦੀ ਪਹਿਲੀ ਪੌੜੀ ਸ਼ੁਰੂ ਹੋਏਗੀ, ਜੇ ਮੈਂ ਕੁੜਿਆਰ ਸਮਝਾਂ ਆਪਣੇ ਆਪ ਨੂੰ, ਸਮਵੇਅਰ ਮੇਰੀ ਕੋਈ ਮਿਸਟੇਕ ਹੈ, ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ। ਅੱਜ ਮੇਰੇ ਬੱਚੇ ਠੀਕ ਨਹੀਂ ਨੇ, ਮੇਰੀ ਪਰਵਰਿਸ਼ 'ਚ ਕਿਧਰੇ ਗਲਤੀ ਹੋਈ ਹੋਣੀ, ਮੈਂ ਬੱਚਿਆਂ ਨੂੰ ਬੁਰਾ ਭਲਾ ਨਾ ਕਹਾਂ। ਅੱਜ ਮੇਰੀ ਨੂੰਹ ਠੀਕ ਨਹੀਂ ਹੈ, ਮੇਰੀ ਚੂਜ਼ ਕਰਨ ਵਿੱਚ ਕਿਧਰੇ ਗਲਤੀ ਹੋਈ ਹੋਣੀ, ਮੇਰੀ ਸੱਸ ਠੀਕ ਨਹੀਂ ਹੈ, ਮੈਂ ਕਿਧਰੇ ਰਿਸ਼ਤਾ ਸਾਡੇ ਘਰ ਵਾਲਿਆਂ ਨੇ ਕ੍ਰਾਈਟੇਰੀਆ ਕੁਛ ਇੰਝ ਰੱਖਿਆ ਹੋਣਾ। ਕਿਸੇ ਨਾਲ ਕੰਪਲੇਂਟ ਕਰਨ ਦੀ ਲੋੜ ਨਹੀਂ ਹੈ। ਆਪਣੇ ਅਵਗੁਣ ਵੱਲ ਝਾਤੀ ਮਾਰੀਏ, ਸਚਿਆਰ ਬਣਨ ਦੀ ਜਾਚ ਆਏਗੀ ਕਿ ਮੇਰਾ ਅਵਗੁਣ ਕੱਢੋ। ਕਿਉਂ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟਿਆ ਪਾਲ। ਇਹ ਕੂੜ ਦੀ ਪਾਲ ਮੀਨਸ ਰੱਬ ਜੀ ਤੁਹਾਡੇ ਨਾਲ ਮੇਰਾ ਡਿਫਰੈਂਸ, ਦੂਰੀ ਜਿਹੜੀ ਬਣ ਜਾਂਦੀ ਹੈ, ਵਿਚਕਾਰ ਜਿਹੜੀ ਹਰਡਲ ਆ ਜਾਂਦੀ ਹੈ, ਇਹ ਕੂੜ ਦੀ ਪਾਲ ਕਿਵੇਂ ਹਟੇ। ਪਾਲ ਮੀਨਸ ਦੀਵਾਰ, ਪਤਲੀ ਤੰਦ, ਦੇਖਣ ਨੂੰ ਨਹੀਂ ਮਿਲਦੀ, ਲੇਕਿਨ ਜਿਸ ਵੀ ਖਿਆਲ ਦੇ ਨਾਲ ਦੂਰੀ ਵੱਧਦੀ ਹੈ, ਮੇਰਾ ਇਹਦੇ ਨਾਲ ਬੜਾ ਪ੍ਰੇਮ ਪਿਆਰ ਹੈ ਜਾਂ ਇਹਦੇ ਨਾਲ ਬੜਾ ਪ੍ਰੇਮ ਪਿਆਰ ਹੈ, ਦੁਨੀਆ ਦੇ ਕਿਸੇ ਇਨਸਾਨ ਨਾਲ ਮੇਰਾ ਪ੍ਰੇਮ ਪਿਆਰ ਹੈ, ਦ ਮੂਮੈਂਟ ਆਈ ਸਪੀਕ ਇਲ ਲੈਂਗੁਏਜ, ਐਬਿਊਜ਼ਿਵ ਲੈਂਗੁਏਜ, ਪਿਆਰ ਟੁੱਟ ਗਿਆ, ਦੂਰੀ ਵੱਧ ਗਈ, ਦੀਵਾਰ ਬਣ ਗਈ। ਇਹ ਦੀਵਾਰ ਨਜ਼ਰ ਥੋੜ੍ਹ ਨਾ ਆਉਂਦੀ ਹੈ, ਇਹ ਦੀਵਾਰ ਦੀ ਉਸਾਰੀ ਕੀਤੀ ਗਈ ਹੈ ਮੇਰੇ ਭੈੜੇ ਬੋਲਣ ਨਾਲ। ਇਹ ਦੀਵਾਰ ਇਨਵਿਜ਼ੀਬਲ ਹੈ। ਹਾਊ ਦਿਸ ਰਿਲੇਸ਼ਨਸ਼ਿਪ ਵਾਜ਼ ਬ੍ਰੋਕਨ। इंज मेरी रब जी टूट प्रीत गई बुर बोल, आपसे प्रीत टूट गई है क्योंकि मैं अपनी ज़बान से भैड़े बोल बोलता हूँ। गालां कढ़दा हाँ, मैं नफरत करदा हाँ, तीर मेर करदा हाँ, वितकरा करदा है। कूड़ दी पाल किवें उतरे, क्यों सचियारा हुई है, क्यों कूड़ा टुट्टा पाल। हुक्म रज़ाई चलना, रब दे रज़ा नियम हुक्म अनुसार जीविया कर। हुक्म रज़ाई चलना, नानक लिखिया नाल रब जी ने तेरे अंदर वसते ने और अंदर ही सुनिया लिखिया होया, उन्होंने पढ़ना सीख। आज ही दरबार साहब तो हुक्म ना आया है, सिर के लेख ना पढ़े ये आना। अपने जिहड़े लेखे लिखे हुए ने उन्होंने पढ़ना नहीं जानता। सिर दे लेखे रब जी नहीं लिखते ने,
ਜੋ ਮੇਰਾ ਥਾਟ ਪ੍ਰੋਸੈਸ ਹੈ ਔਰ ਜੋ ਮੈਂ ਬਣ ਗਿਆ, ਉਹਦੇ ਕਾਰਨ ਮੇਰੇ ਵਿੱਚ ਜੋ ਵੀ ਮਿਸ ਹੈਪਨਿੰਗਸ ਆਸ-ਪਾਸ ਹੋ ਰਹੀਆਂ ਨੇ, ਡਿਸਹਾਰਮਨੀ ਹੋ ਰਹੀ ਹੈ, ਉਹ ਮੇਰੇ ਲੇਖੇ ਲਿਖੇ ਹੋਏ ਨੇ। ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰਾ ਸਿਰ ਰਿਹਾ। ਲੇਖੇ ਅਸੀਂ ਲਿਖਦੇ ਹਾਂ, ਵੀ ਰਾਈਟ ਆਵਰ ਓਨ ਡੈਸਟੀਨੀ। ਤਾਂ ਇਹ ਜੇ ਰੱਬ ਜੀ ਦੇ ਹੁਕਮ ਨਿਯਮ ਸਿਸਟਮ ਅਨੁਸਾਰ ਮੈਂ ਲੇਖਾ ਸਿੱਖ ਜਾਵਾਂ, ਕੂੜ ਦੀ ਪਾਲ ਟੁੱਟ ਗਈ ਸੀ, ਜੁੜ ਜਾਂਦੀ ਹੈ। ਕਿਵੇਂ ਜੁੜ ਜਾਂਦੀ ਹੈ, ਕਿਵੇਂ ਕੂੜ ਦੀ ਪਾਲ ਦੂਰ ਹੋ ਜਾਂਦੀ ਹੈ? ਸਾਰੀ 38 ਪੌੜੀਆਂ ਵਿੱਚ ਇਹ ਜਰਨੀ ਕਰਾਈ ਗਈ ਹੈ। ਇਹ ਨਹੀਂ ਹੈ ਕਿ ਕੁਝ 4 ਪੌੜੀਆਂ ਕਿੱਥੇ ਹੋਰ ਉਚਾਰੀਆਂ ਸਨ, ਕੋਈ 4 ਪੌੜੀਆਂ ਸਿੱਧਾ ਪੀਰਾਂ ਨਾਲ ਉਚਾਰੀਆਂ ਸਨ, ਕੋਈ ਉਹਦੇ ਪੀਰ ਫਕੀਰ ਨਾਲ ਡਿਸਕਸ ਕੀਤਾ ਸੀ। ਮੈਨੂੰ ਇੰਝ ਲੱਗਦਾ ਹੈ ਕਿ ਇਹ ਉਸ ਦੀ ਕੁੜਿਆਰ ਤੋਂ ਸਚਿਆਰ ਬਣਨ ਦੀ ਪਹਿਲੀ ਪੌੜੀ ਵਿੱਚ ਕੁਐਰੀ, ਸਿੰਸੀਅਰ ਕੁਐਰੀ ਕਿ ਹਾਊ ਆਈ ਕੈਨ ਬੀ ਫਿਕਸਡ ਅਪ, ਔਰ ਉਸ ਨੂੰ ਕੁੜਿਆਰ ਤੋਂ ਸਚਿਆਰ ਬਣਨ ਵਾਸਤੇ ਦੱਸਿਆ ਕੁਦਰਤ ਦੇ ਹੁਕਮ ਨਿਯਮ ਸਿਸਟਮ, ਰੱਬ ਜੀ ਦੇ ਲਾਜ਼ ਆਫ ਨੇਚਰ ਮੁਤਾਬਕ ਜੀਵਿਆ ਕਰ। ਉਹ ਅੰਦਰ ਤੇਰੇ ਲਿਖਿਆ ਹੋਇਆ ਵੇ, ਅੰਦਰ ਦੀਆਂ ਲਿਖੀਆਂ ਪੜ੍ਹਨਾ ਸਿੱਖ ਲੈ, ਕਿਉਂਕਿ ਰੱਬ ਜੀ ਅੰਦਰ ਰਹਿੰਦੇ ਨੇ। ਉਸ ਦੇ ਬਾਰੇ 38 ਪੌੜੀਆਂ ਵਿੱਚ ਸਿਖਾਇਆ ਕਿ ਕੂੜ ਦੀ ਪਾਲ ਕਿਸ ਤਰ੍ਹਾਂ ਉਤਰਦੀ ਹੈ। ਸੋ ਜਦੋਂ ਅਸੀਂ ਸਤਿਗੁਰ ਦੀ ਗੱਲ ਸੁਣਾਂਗੇ, ਮੱਤ ਵਿੱਚ ਰਤਨ ਜਵਾਹਰ ਮਾਣਿਕ ਵਰਗੀ ਸ਼ਾਰਪਨੈਸ ਆਏਗੀ। ਇਹ ਸ਼ਾਰਪਨੈਸ ਜਿਹੜੀ ਆਏਗੀ, ਇਹ ਚਤਰਾਈ ਸਿਆਣਪ ਨਹੀਂ ਹੋਏਗੀ, ਇਹ ਡਿਵਾਈਨ ਇੰਟੈਲੈਕਟ ਹੋਏਗਾ। ਚਤਰਾਈਆਂ ਸਿਆਣਪਾਂ ਸਾਡੇ ਸਭ ਕੋਲ ਬਹੁਤ ਹਨ, ਪਰ ਗੁਰੂ ਸਾਹਿਬ ਪਹਿਲੀ ਪੌੜੀ 'ਚ ਕਹਿੰਦੇ ਨੇ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਚਤਰਾਈਆਂ ਸਿਆਣਪਾਂ ਕਿਤੇ ਕੰਮ ਨਾ ਆਈਆਂ, ਇਹ ਕੰਮ ਨਹੀਂ ਆਉਂਦੀਆਂ ਨੇ। ਕਿੱਥੇ ਕੰਮ ਨਹੀਂ ਆਉਂਦੀਆਂ? ਸਤਸੰਗ ਜੀ ਜ਼ਰਾ ਸੋਚੀਏ, ਕਿੱਥੇ ਕੰਮ ਨਹੀਂ ਆਉਂਦੀਆਂ। ਜਦੋਂ ਮੈਂ ਚਤਰਾਈਆਂ ਸਿਆਣਪਾਂ ਕਰਦਾ, ਮੈਂ ਬਿਜ਼ਨਸ ਵਿੱਚ ਸ਼ਾਰਪ ਨਿਕਲਦਾ ਹਾਂ। ਜਦੋਂ ਮੈਂ ਚਤਰਾਈਆਂ ਸਿਆਣਪਾਂ ਕਰਦਾ, ਮੈਂ ਸਕਸੈਸਫੁਲ ਬਿਜ਼ਨਸਮੈਨ ਬਣਦਾ ਹਾਂ। ਮੈਂ ਚਤਰਾਈਆਂ ਸਿਆਣਪਾਂ ਕਰਦਾ, ਮੈਂ ਆਫਿਸ ਦੇ ਅੰਦਰ ਦੂਸਰਿਆਂ ਦੇ ਅਗੇਂਸਟ ਪੋਲੀਟਿਕਸ ਖੇਡਦਾ। ਮੇਰਾ ਬੌਸ ਮੈਨੂੰ ਚੰਗਾ ਸਮਝਦਾ, ਮੈਨੂੰ ਪ੍ਰਮੋਸ਼ਨ ਦਿੰਦਾ, ਦੂਜੇ ਨੂੰ ਡਿਮੋਸ਼ਨ ਦੇ ਦਿੰਦਾ ਹੈ। ਮੈਂ ਚਤਰਾਈਆਂ ਸਿਆਣਪਾਂ ਕਰਦਾ ਹਾਂ, ਉਹਨਾਂ ਦੇ ਬੱਚੇ ਦਾ ਰਿਸ਼ਤਾ ਤੁੜਵਾ ਲੈਂਦਾ, ਆਪਣੇ ਬੱਚੇ ਦਾ ਕਰਾ ਲੈਂਦਾ ਹਾਂ। ਇਹ ਤਾਂ ਚਤਰਾਈਆਂ ਸਿਆਣਪਾਂ ਨਾਲ ਵੀ ਆਰ ਥਿੰਕਿੰਗ ਵੀ ਆਰ ਕਾਮਯਾਬ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈਆਂ। ਕਿੱਥੇ ਕੰਮ ਨਹੀਂ ਆਉਂਦੀਆਂ? ਰੱਬ ਜੀ ਨਾਲ ਇੱਕ ਮਿਕਤਾ ਵਾਸਤੇ ਕੰਮ ਨਹੀਂ ਆਉਂਦੀਆਂ। ਤੂੰ ਦੁਨਿਆਵੀ ਤੌਰ 'ਤੇ ਮੈਟੀਰੀਅਲ ਵਰਲਡ ਦੀ ਦੁਨੀਆ ਵਿੱਚ ਵਰਲਡਲੀ ਸਕਸੈਸ ਤੇਰਾ ਭੁਲੇਖਾ ਹੋਏਗਾ, ਉਹ ਤੂੰ ਲੈ ਸਕਦਾ, ਉਹਦੇ ਨਾਲ ਤੈਨੂੰ ਵਿਕਾਸ ਖੇੜਾ ਨਹੀਂ ਆਏਗਾ ਔਰ ਤੂੰ ਕੰਟੈਂਟਿਡ ਪਰਸਨ ਨਹੀਂ ਹੋਏਗਾ। ਤੇਰਾ ਰੱਬ ਜੀ ਨਾਲ ਇੱਕ ਮਿਕਤਾ ਨਹੀਂ ਹੋਈ। ਰੱਬ ਜੀ ਨਾਲ ਇੱਕ ਮਿਕਤਾ ਦੇ ਦੇਸ਼ ਵਿੱਚ ਜਾਣ ਵਾਸਤੇ ਗੁਰੂ ਸਾਹਿਬ ਕੀ ਬਾਣੀ 'ਚ ਕਹਿੰਦੇ ਨੇ, ਉੱਥੇ ਖੋਟੇ ਸੱਟੀਆਂ ਖਰੇ ਕੀਚੇ ਸ਼ਾਬਾਸ਼। ਰੱਬ ਜੀ ਨਾਲ ਇੱਕ ਮਿਕਤਾ ਵੇਲੇ ਤੇਰੇ ਕੋਲ ਜਿਹੜੇ ਖੋਟੇ ਖਿਆਲ ਨੇ ਨਾ, ਇਹ ਨਾਲ ਅੰਦਰ ਨਹੀਂ ਜਾ ਸਕਦੇ ਨੇ। ਜੀਂਦੇ ਜੀ ਇਸੇ ਜੀਵਨ ਵਿੱਚ, ਮਰਨ ਤੋਂ ਬਾਅਦ ਨਹੀਂ। ਇਹ ਬਹੁਤ ਬਾਰੀਕ ਤੰਦ ਹੈ। ਜੇਕਰ ਅਸੀਂ ਸਿੱਖ ਲਈਏ, ਸਮਝ ਲਈਏ, ਗੁਰੂ ਸਾਹਿਬ ਮੇਰਾ ਅੱਜ ਨਾਓ ਟੂਡੇ ਦਿਸ ਪਲ ਫਿਕਸਅਪ ਕਰਦੇ ਨੇ, ਤਾਂ ਇਹਦੇ ਨਾਲ ਮੇਰਾ ਟਮੋਰੋ ਵਾਲਾ ਅਗਲਾ ਪਲ ਦਾ ਜੀਵਨ ਫਿਕਸਅਪ ਹੁੰਦਾ ਹੈ। ਗੁਰਮਤ ਇਸ ਨੂੰ ਸਲਵੇਸ਼ਨ ਵਾਈਲ ਲਿਵਿੰਗ ਕਹਿੰਦੀ ਹੈ। ਗੁਰਮਤ ਇਹ ਨਹੀਂ ਕਹਿੰਦੀ ਹੈ ਕਿ ਮਰਨ ਤੋਂ ਬਾਅਦ ਜਨਮ ਮਰਨ ਕੱਟਿਆ ਜਾਏਗਾ। ਗੁਰਮਤ ਮੇਰੇ ਜੀਂਦੇ ਜੀ ਪਲ ਪਲ ਦੇ ਅਵਗੁਣੀ ਖਿਆਲਾਂ ਵਾਲੇ ਜਨਮ ਮਰਨ ਨੂੰ ਕੱਟਦੀ ਹੈ। ਸਲਵੇਸ਼ਨ ਵਾਈਲ ਲਿਵਿੰਗ। ਕੂੜ ਦੀ ਪਾਲ ਦੂਰ ਹੋ ਜਾਂਦੀ ਹੈ ਹੁਕਮ ਦੀ ਗੱਲ ਕਰਕੇ, ਰਤਨ ਜਵਾਹਰ ਮਾਣਿਕ ਦੀ ਗੱਲਾਂ ਕਰਕੇ। ਤੇਰੀ ਮੱਤ ਸ਼ਾਰਪਨ ਹੋ ਜਾਏਗੀ, ਡਿਵਾਈਨ ਇੰਟੈਲੈਕਟ ਮਿਲ ਜਾਏਗਾ। ਤਾਂ ਉਹ ਸੁਣਨ ਦੇ ਨਾਲ ਤੈਨੂੰ ਜਾਚ ਆਏਗੀ। ਤਾਂ ਸੁਣੇ ਦੀਆਂ 4 ਪੌੜੀਆਂ, 4 ਪੌੜੀਆਂ ਵਿੱਚ ਦੱਸਿਆ ਕਿ ਜੇ ਸੁਣ ਲਵੋ, ਈਵਨ ਇਫ ਯੂ ਲਿਸਨ, ਤਾਂ ਤੈਨੂੰ ਕਿਹੜੀਆਂ ਵਡਿਆਈਆਂ ਵਾਲੇ ਚੰਗੇ ਗੁਣ ਪ੍ਰਾਪਤ ਹੋਣਗੇ। ਸੁਣਿਆ ਸਿੱਧ ਪੀਰ ਸੁਰਨਾਥ, ਰੀਅਲ ਸੈਂਸ ਹੀ ਤੇਰੇ ਸਿੱਧ ਪੀਰ ਸੁਰਨਾਥ ਠੀਕ ਹੋ ਜਾਣਗੇ ਸੁਣਨ ਦੇ ਨਾਲ। ਸ਼ਰਤ ਹੋ ਗਿਆ ਪ੍ਰੋਵਾਈਡਿਡ ਅਨਟਿਲ ਐਂਡ ਅਨਲੈਸ ਯੂ ਲਿਸਨ। ਲੋਕਾਂ ਦੀ ਨਾ ਸਿੰਸੀਅਰ ਲਿਸਨਿੰਗ ਹੀ ਨਹੀਂ ਹੁੰਦੀ। ਸਾਨੂੰ ਸਭ ਨੂੰ ਭੁਲੇਖਾ ਹੁੰਦਾ ਕਿ ਮੈਂ ਸੁਣ ਲਿਆ। ਸਿੰਸੀਅਰ ਲਿਸਨਿੰਗ ਕਿਹਨੂੰ ਕਹਿੰਦੇ ਨੇ? ਜੋ ਸੁਣ ਲਿਆ ਮੈਂ ਉਸ 'ਤੇ ਅਮਲ ਕੀਆ। ਸਾਡੇ ਘਰ ਦੀ ਰੋਜ਼ ਦੀ ਪ੍ਰੈਕਟਿਸ ਹੈ। ਬੱਚੇ ਨੂੰ ਕਹਿੰਦੇ ਆ
अब तो सुन लिया, अब तो तेरे को समझ में आ गया ना, 6 को 8 से गुना कर तो 8 6 48 होता है, अब समझ में आ गया ना, सुन लिया ना, तेरे भेजे में कुछ बढ़ता नहीं है, सुन लिया ना। वो कहता हाँ मम्मी सुन लिया। वो इस करके कह रहा होंगे हाँ करांगा तो जान छेगी, मैं खेडन जा सकांगा। कहता हाँ सुन लिया। दूजे दिन एग्जाम में जो 8 6 48 करता नहीं है, तो मम्मी कहती कल क्या सुनना था, एवं मुंडी लाई थी, जो कूड़ी कूड़ी अखी मीट दे, तिनका उतर जाएगा झूठ गुमान। इंज तो असी सतगुर की गल सुनते हाँ, सुनी पसंद आई, झूमे बहुत स्वाद आया, पर सुनिया नहीं। सो सुनिया दियाँ 4 पौड़ियां विच दसिया, जे तू सुन लवें, क्योंकि उस तो पिछली पौड़ी का लिंक है, जे एक गुर की सिख सुनी, तो उस तो बाद अगलियां 4 पौड़ियां शुरू होणगियां सुनिया दियां। सुनन तो बाद जेकर मन्ने तो तू विरला बनता जाएगा, डे बाई डे विरला बनने की जांच आती जाएगी, और विरला एक्सक्लूसिवली यू विल बी ग्रेट पर्सनैलिटी, स्पिरिचुअल पर्सनैलिटी बनता जाएगा। मन्ने दिया पौड़ियां तो बाद, कुदरत कौन कहा विचार दिया 4 पौड़ियां तो बाद, आस्ता आस्ता उन्होंने चंगे गुण समझ आए, और पता लगा मेरे अंदर अवगुणी ख्याल भी आते ने बेअंत। ਮੈਨੂੰ कई किस्मां के भैड़े ख्याल आते हैं, कई किस्मां के भैड़े ख्यालों को पताला पताल कहते हैं, और कई किस्मां के चंगे ख्याल भी आते हैं, आगासा आगास कहते हैं। एक तो बाहरली धरती सृष्टि विच है, पताला पताल ने, लख आगासा आगास ने, पर मैनू भी पताली मंदे ख्याल आते हैं, और मैनू भी आगासा वाले चंगे ख्याल आते हैं। वो सारे चंगे ख्यालों की गल करके उन्होंने चंगे गुणों का वपार सिखाया, अमूल गुण अमूल व्यापार वो करता है। और इस पौड़ी के अंदर एंटर करने तो बाद जो चंगे गुणों का व्यापार करन लग पैंदा है, वो रब जी के देश के अंदर एंटर होने जोगा हो जाता है। रब जी नूं सो पुरख कहते हैं, जिस देश अंदर वो रहिंदे ने उन्होंने सो दर कहते हैं, और जो ही सो दर के देश अंदर एंटर करता है, उत्थे उन्होंने जो सुने दियाँ पौड़ियां विच और मन्ने दियां पौड़ियां विच बख्शिशां दसियां सी, हाउ यू विल हैव द गॉडली क्वालिटीज़, तेरे अंदर रब्बी गुण वालियां, आइडियल्स वालियां, निरअंजन वालियां, निर्मल शख्सियत वालियां जड़ियां क्वालिटीज़ आ जाणगियां ना, वो उत्थे रैलिश करता है। सो दर कहा सो कर कहा जित बै सर्ब संभालें। उत्थे असी सारे गल इसनूं मैं रिपीट करांगा, असी सारे मनते हैं कि भगवान जी हैं, भगवान जी के घर में सब कुछ है, वो जिसको कुछ भी देना चाहे अपने भंडारे में सब कुछ रखते हैं। पर ज्यों ही है मन अमूल गुणों का व्यापार करता और सोदर के अंदर एंटर करता है, तो यह सारे चंगे चंगे गुणों नूं संभाल करता है। क्योंकि असी पढ़ते हैं, कहो नानक जिस मस्तक लेख लिखाए, नानक जिस मस्तक लेख लिखाए, एत खजाने लयार लाए, सो एक खजाने लयार लाए, हम तनवंत पागठ सच नाए, हर गुण गावे सहज सुभाए, हर गुण गावे सहज सुभाए। सहज सुभाए होंदा है, उहदा सुभाअ ही बन गया, ऑबवियसली ऑटोमैटिकली सहज सुभाव दे कोल रब्बी चंगे गुणों के खजाने का मैंबर बन जाता है। जो इस दे उत्ते मेहनत करता है, कौन नानक जिस मस्तक लेख लिखाए, यदा मतलब है नहीं पिछले जन्म के किते कर्मां के कारण रब जी मत्थे ते पाग लिखन के, नहीं, जो चंगे गुणों वास्ते श्रम मेहनत करता है, वो अपने मानो मत्थे ते भाग लिख लेंदा है कि रब्बी गुणों की दात दे खजाने की चाबी मैनू दिओ। आई लव यूर गॉडली क्वालिटीज़ आइडियल्स। जे मैं रब्बी गुणों की क्वालिटी नू पसंद करता हाँ, तो मेरा एक चंगा गुण कि मैं निमरता विच रवां, तो मैं कहांगा ये रब जी ने दिता है मैनू, मैं उसदा मान नहीं करांगा।
ਔਰ ਜੇ ਮੈਂ ਮਾਣ ਕਰਾਂ ਤਾਂ ਮੈਂ ਕਿੱਥੇ ਨਮਰਤਾ ਵਿਖਾਵਾਂਗਾ, ਕਿੱਥੇ ਨਹੀਂ ਵਿਖਾਵਾਂਗਾ। ਔਰ ਆਸਤਾ ਆਸਤਾ ਮੈਂ ਉਹਨੂੰ ਰੈਲਿਸ਼ ਕਰਨਾ ਛੋੜ ਦਿਆਂਗਾ। ਜਿੱਥੇ ਮੈਨੂੰ ਆਪਣੇ ਵੈਸਟਿਡ ਇੰਟਰਸਟ ਹੋਣਗੇ ਉੱਥੇ ਮੈਂ ਨਮਰਤਾ ਵਿਖਾਵਾਂਗਾ, ਔਰ ਦੂਜੀ ਜਗ੍ਹਾ 'ਤੇ ਨਮਰਤਾ ਨੂੰ ਮੈਂ ਛਿੱਕੇ ਟੰਗ ਦਿਆਂਗਾ। ਦੈਟਸ ਹਾਊ ਵੀ ਡੋਂਟ ਪ੍ਰੈਕਟਿਸ ਦ ਆਈਡੀਅਲਸ। ਲੇਕਿਨ ਜੋ ਰੱਬੀ ਗੁਣਾਂ ਦੀ ਕੁਆਲਿਟੀ ਨੂੰ ਰੈਲਿਸ਼ ਵੀ ਕਰੇ ਔਰ ਕਿਸੇ ਵੀ ਕੀਮਤ 'ਤੇ ਨਾ ਛੱਡੇ, ਉਹ ਇਹਨਾਂ ਗੁਣਾਂ ਦੀ ਸੰਭਾਲ ਕਰ ਰਿਹਾ ਹੈ। ਉਹ ਇਸ ਖਜ਼ਾਨੇ ਦਾ ਮੈਂਬਰ ਹੋ ਗਿਆ। ਔਰ ਸਾਡੇ ਕੋਲ ਜਿਹੜਾ ਚੰਗਾ ਗੁਣ ਆਉਂਦਾ, ਜੇ ਅਸੀਂ ਛੇਤੀ ਨਾਲ ਛਿੱਕੇ ਟੰਗ ਦਈਏ, ਦੈਟ ਮੀਨਸ ਵੀ ਡੋਂਟ ਰੈਲਿਸ਼ ਅਵਰ ਚੰਗਾ ਗੁਣ। ਗੁਰੂ ਪਾਤਸ਼ਾਹ ਕਹਿੰਦੇ ਨੇ, ਸੰਤ ਨਾ ਛਾੜੈ ਸੰਤਈ, ਜੇ ਕੋਟਕ ਮਿਲੇ ਅਸੰਤ। ਅਸੀਂ ਸਬਜੈਕਟ ਟੂ ਅਦਰ ਪਰਸਨ ਆਪਣਾ ਚੰਗਾ ਗੁਣ ਛੱਡ ਦਿੰਦੇ ਹਾਂ। ਜਦੋਂ ਸੋਦਰ ਦੇ ਸਾਰੇ ਚੰਗੇ ਚੰਗੇ ਗੁਣ ਉਸ ਦਰ ਦੇ ਸੰਭਾਲਦਾ ਹੈ, ਸੰਭਾਲ ਕਰਨ ਵਾਲੀ ਪੌੜੀ ਤੋਂ ਬਾਅਦ ਅਗਲੀਆਂ ਪੌੜੀਆਂ ਸ਼ੁਰੂ ਹੁੰਦੀਆਂ ਕਿ ਇਹ ਵਾਲੀ ਅਕਲ ਮੈਨੂੰ ਜਿੱਥੋਂ ਆਈ ਹੈ, ਇਸ ਅਕਲ ਨੂੰ ਮੈਂ ਸਦੀਵੀ ਜੀਣਾ ਚਾਹੁੰਦਾ ਹਾਂ। ਸਦੀਵੀ ਜੀਣ ਦੀ ਮੇਰੇ ਮੱਤ ਉੱਤੇ ਚੋਲਾ ਪਾਇਆ ਜਾਏ, ਉਸ ਨੂੰ ਮੈਂ ਸਮਰਪਿਤ ਹਾਂ, ਮੈਂ ਸਰੈਂਡਰ ਕਰਦਾ ਹਾਂ ਔਰ ਹਮੇਸ਼ਾ ਵਾਸਤੇ ਇਸ ਨੂੰ ਫੋਲੋ ਕਰਾਂਗਾ। ਅਗਲੀਆਂ 4 ਪੌੜੀਆਂ ਸ਼ੁਰੂ ਹੁੰਦੀਆਂ। ਆਦੇਸ ਤਿਸੈ ਆਦੇਸ, ਆਦੇਸ ਤਿਸੈ ਆਦੇਸ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਦੇਸ ਤਿਸੈ ਆਦੇਸ ਤਿਸੈ ਆਦੇਸ। ਮੁੰਦਾ ਸੰਤੋਖ ਸ਼ਰਮ ਪਤ ਚੋਲੀ, ਧਿਆਨ ਕੀ ਕਰੈ ਵਿਭੂਤ। ਖਿੰਥਾ ਕਾਲ ਵਾਰੀ ਕਾਇਆ, ਜੁਗਤ ਡੰਡਾ ਪਰਤੀ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਦੀ। ਆਦੇਸ ਤਿਸੈ ਆਦੇਸ, ਆਦੇਸ ਤਿਸੈ ਉਗਤ ਗਿਆਨ ਦਿਆ ਭੰਡਾਰਣ, ਘਟ ਘਟ ਵਾਜੈ ਨਾਦ। ਆਪ ਨਾਥ ਨਾਥੀ ਸਭ ਜਾਤੀ, ਰਿਦ ਸਿਧ ਅਵਰਾ ਸਾਧ। ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲੇਖੈ ਆਵੈ ਭਾਗ। ਆਦੇਸ ਤਿਸੈ ਆਦੇਸ, ਆਦੇਸ ਤਿਸੈ ਆਦੇਸ। ਆਦ ਨੀਲ ਅਨਾਦ ਨਾਹਤ, ਜੁਗ ਜੁਗ ਏਕੋ ਵੇਸ। ਆਦੇਸ ਤਿਸੈ ਆਦੇਸ, ਆਦੇਸ ਤਿਸੈ ਆਦੇਸ। ਇੱਥੇ ਮੈਂ ਜਾਣ ਕੇ ਪੌਜ਼ ਕੀਤਾ ਕਿ ਅਸੀਂ ਅਗਲੀ ਪੌੜੀ ਦੇ ਅੰਦਰ ਐਂਟਰ ਕਰਨ ਤੋਂ ਪਹਿਲਾਂ ਸਮਝਾਂਗੇ ਕਿ ਚੰਗੇ ਗੁਣਾਂ ਦੀ ਪ੍ਰੈਕਟਿਸ ਕਰਨ ਵਾਲੀ ਮੱਤ ਦਾ ਚੋਲਾ ਮੇਰੀ ਮੱਤ ਉੱਤੇ ਪਾਇਆ ਜਾਏ। ਜੋ ਇਨਸਾਨ ਭੈੜੇ ਖਿਆਲਾਂ ਨਾਲ ਜੀਂਦਾ ਹੈ, ਉਹਨੂੰ ਕਹਿੰਦੇ ਨੇ ਇਸकी ਅਕਲ ਪਰ ਪੜਦਾ ਪੜ ਗਿਆ। अकल पर पर्दा पड़ने का मतलब क्या है? ये मंदे ख्याल सोचता है। पर अकल पर पर्दा पड़ना और मंदे ख्याल सोचना इज इक्वल टू जैसे द्रौपदी को नग्न कर दिया गया। जमा ने जम रूपी दुर्योधन ने मेरी पत लुट ली, मेरी द्रौपदी नग्न हो गई, मेरी पत लुटी गई। ਉਹ ਪਤ ਨਾ ਲੁੱਟਣ ਦੇਣ ਜਾਣ ਵਾਲਾ ਵੇਸ ਹਮੇਸ਼ਾ ਧਾਰਨ ਕਰਕੇ ਰੱਖਦਾ ਹੈ। ਸਤਿਗੁਰ ਜੀ ਉਹ ਚੋਲਾ ਬਖਸ਼ਦੇ ਨੇ, ਉਹਨੂੰ ਕਹਿੰਦੇ ਨੇ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ। ਜੋ ਅਸੀਂ ਸਟੋਰੀ ਸੁਣਦੇ ਹਾਂ ਉਹਦੇ ਵਿੱਚ ਪੰਚਾਲੀ ਦ੍ਰੋਪਦੀ ਨੂੰ ਕ੍ਰਿਸ਼ਨ ਜੀ ਕੀ ਸੁਧ ਆਈ ਸੁਣਦੇ ਹਾਂ।
गुरु साहब ये रिडल खोलते ने, वो दरअसल क्या हुआ, पंचाली मीनस मेरी मत जदों मंदे ख्याल सोचती है, राज सभा की होंदा है, श्री राम नामा उचर मना आगे जमदल बिखम का ना। तू है जेड़े मंदे मंदे ख्याल सोचता रहिंदा, तेरे जीवन अंदर ना बड़ा बिखम फौज अगे खड़ी है जमा दी, हर पल तैनू जम सता सकते हैं, दे विल ग्रैब यू, जम इज़ ऑलवेज रेडी, सरवर पंखी हेकड़ो फाही वाल 50, फंसाने वाले मंदे ख्याल देने वाले बहुत खड़े हैं। बीट मीडिया, बीट अखबार, बीट दोस्त यार, बीट पेरेंट्स, बीट स्कूल दे बच्चे, बीट एनीबडी एल्स, चारों पासे जमा दे ख्याल देने वाले तो बड़े ने। पर मेरी मत उत्ते जिहड़ा पढ़दा मंदे ख्यालों का प गया, दैट इज़ इक्वल टू मत उत्तों चंगे ख्यालों का पढ़दा हट गया सी, मत ने चंगा चोला नहीं पाया सी। जदों रब्बी गुणां नूं धारण करदा है सोदर दे अंदर, तो रब्बी गुणां नूं धारण करके कहंदा है मैनूं ये वाली मत सदीवी चाहिदी है। सदीवी चोला पाना उन्होंने कहते हैं जुग जुग एको वेस। जुग जुग डज नॉट मीन कोई 1000 साल पहले या लाखों साल पहले कोई सतयुग द्वापर त्रेता था और फिर आज के ज़माने में कोई 2.5 लाख साल, कोई 2.5 करोड़ साल जी कल युग है। ऐसे जुग जुग का मतलब की है, रोम रोम इंद्रे ज्ञानेंद्रे करके ईच एंड सिंगल थॉट प्रोसैस नूं जुग कहते हैं। और जुग दे नाल मेरा जग बनता है, जुग दे नाल मेरी सृष्टि बनती है, जुग दे नाल मेरा थॉट प्रोसैस बनता है, एंड अकॉर्डिंग टू दैट मेरा सारा जीवन बनता है। सो जुग अप्लाइज ऑन मी टू मेक माई जग, टू मेक माई संसार, टू मेक माई सृष्टि। सो वो कहते ने कि वो हमेशा इसनों समर्पित रहता है। ये चारों पौड़ियां का रहाव है, आदेश तिसे आदेश। तो मुंदा संतोख श्रम पत झोली, श्रम करता है सच दियां गल्लां ते ऐसी झोली बना के रखता है। और पत नूं ढक्कण वाली पत झोली, मुंदा भाव संतोखी रहिंदा, संतोख दे कांटे पांदा है। संतोख दे कांटियां वास्ते कंन छिदाणे नहीं पैंदे ने, संतोख दे कांटे मन उत्ते पाए जांदे ने। ਉਹਨੂੰ ਕਹਿੰਦੇ ਨੇ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ। ਉਹ ਅੰਦਰ ਦਾ ਸ਼ਿੰਗਾਰ ਸਿੱਖਦਾ ਜਾਂਦਾ ਹੈ। ਜੋ ਇਨਸਾਨ ਅੰਦਰ ਦਾ ਸ਼ਿੰਗਾਰ ਸਿੱਖ ਜਾਂਦਾ ਹੈ, ਉਹ ਬਾਹਰ ਦਾ ਕਰੇ ਭਾਵੇਂ ਨਾ ਕਰੇ, ਉਸ ਕੋਲ ਬੈਠ ਕੇ ਖੁਸ਼ਬੂ ਆਉਂਦੀ ਹੈ, ਉਸ ਕੋਲ ਬੈਠਣ ਦਾ ਦਿਲ ਕਰਦਾ ਹੈ। ਉਸ ਨੂੰ ਅਸੀਂ ਕਹਿੰਦੇ ਹਾਂ ਬਿਲਕੁਲ ਰੱਬ ਰੂਪ ਹੈ। ਅੰਦਰ ਦਾ ਸ਼ਿੰਗਾਰ, ਅੰਦਰ ਦਾ ਸ਼ਿੰਗਾਰ ਸਤਿਗੁਰੂ ਜੀ ਦੇ ਬਿਊਟੀ ਪਾਰਲਰ ਵਿੱਚ ਹੁੰਦਾ ਹੈ। अंदर का शिंगार सीखते मुंदा संतोख श्रम पचोली, ध्यान की करे विभूत। वो हमेशा अपने सिद्ध जोगियां की लैंग्वेज है कि वो विभूति ला के रखते सन, राख लगा के रखते सन। वो हमेशा सच वाल ध्यान रखता है, सच से ट्यून रहता है। खिंथा काल कुआरी काया जुगत, वो अपने ख्यालों नूं विकारां तो खराब नहीं होण दिंदा, कंटैमीनेटिड नहीं होण दिंदा। अपने ख्यालों रूपी काया नूं कुआरी रखता है। कुआरी डज नॉट मीन सैलीबेसी विच रहना, कुआरी डज नॉट मीन शादी ना कराना। वो फिजिकल लैवल दियां गल्लां ने, सैलीबेसी च रहना या शादी ना कराना। ਵਿਆਹ ਕਰਾ ਕੇ ਵੀ ਗ੍ਰਸਥੀ ਉਦਾਸ ਪ੍ਰਵਾਨ। ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਗ੍ਰਸਥੀ 'ਚ ਵੀ ਰਵੇਂ, ਤੇਰੇ ਧੀਆਂ ਪੁੱਤਰ ਵੀ ਹੋਣ, ਲੇਕਿਨ ਤੂੰ ਅੰਜਨ ਮਾਏ ਨਿਰੰਜਨ ਰਹੀ ਹੈ, ਤਾਂ ਇਹਨੂੰ ਕਹਿੰਦੇ ਨੇ ਕੁਆਰੀ ਕਾਇਆ ਜੁਗਤ। ਕਿਸ ਟੈਕਨੀਕ ਨਾਲ ਜੀਣਾ, डंडा प्रतीत, सच उत्ते प्रतीति रखनी, विश्वास रखना। आई पंथी सगल जमाती, इक्वैलिटी सीखना, हिंदू मुसलमान सिख ईसाई, अमीर गरीब, गोरा काला और जेंडर डिस्क्रिमिनेशन और जात पात की कोई डिस्क्रिमिनेशन ना करनी, तेर मेर ना करनी। सगल जमाती मन जीत है जगजीत, उसनों अपने ते काबू करना आ जाता है। ऐसी मत नूं आदेश दिसे आदेश, मैं आदेश करदा हाँ, किथे बाहर नहीं अंदर। बाहरला जिहड़ा सी गुरु ग्रंथ साहिब जी नूं मत्था टेकदे हाँ, इहदा तां केवल इतना प्रतीक है, तू समर्थ वड्डा मेरी मत थोरी राम, मेरी कोल अकल घट है तुहाडे कोल ज़्यादा है, काइंडली ग्रांट मी योर सुमत। आदेश दिसे आदेश, आद अनील अनाद अनाहत, जुग जुग एको वेस। आद स्टार्ट तो, अनील जो विकारा रहत होवे, अनाद जिस दा बनना ना लभ्या जा सके, अनाहत जिसनों
ਖਤਮ ਨਾ ਕੀਤਾ ਜਾ ਸਕੇ, ਇਨਐਵਿਟੇਬਲ। ਰੱਬ ਜੀ ਦੇ ਗੁਣ ਨੂੰ ਕਹਿੰਦੇ ਨੇ ਟਰੁਥ ਪ੍ਰੀਵੇਲਸ। ਚੰਗੇ ਚੰਗੇ ਗੁਣਾਂ ਦੀ ਕੁਆਲਿਟੀ ਹਮੇਸ਼ਾ ਨਾਲ ਨਿਭਦੀ ਹੈ, ਅਵਗੁਣ ਸਾਥ ਨਹੀਂ ਦਿੰਦੇ ਨੇ। ਜੁਗ ਜੁਗ ਇੱਕੋ ਵੇਸ, ਉਹ ਵੇਸ ਪਾਉਂਦਾ ਹੈ। ਅਗਲੀ ਪੌੜੀ ਆਈ, ਸਿੱਧ ਜੋਗੀ ਕੁਛ ਖਾਣ ਵਾਸਤੇ ਚੂरमा ਖਾਂਦੇ ਸਨ ਕਿ ਐਸੇ ਭਗਵਾਨ ਜੀ का ध्यान लग जाएगा और हमारा योग हो जाएगा। गुरु साहब कहते ने तू सच दी मत का ज्ञान लिया कर, ये भुगत है। सच का भोजन खाया कर, संतोखी भोजन खाया कर। संतोखी भोजन के बदले जिहड़ा बाहरला भोजन है यह मेरा शरीर बनाता है। संतोखी भोजन मेरा थॉट प्रोसैस का शरीर बनाता है, मेरे मन के सोचनी का मेरी आत्मक शरीर बनाता है। आत्मक शरीर नूं बनाउण वास्ते गुरमति च उहनूं दुर्लभ देह कहंदे ने। सारे यही अंग होंदे ने, पर इन्हां अंगां दे पिछे सोचण वाला मन डिस्ट्रक्शन छड्ड के केवल क्रिएटिव करता पुरख वाले काम करता है। भुगत ज्ञान दया भंडारण, उहदे कोल दया दी मत आ जाती है। घट घट वाजे नाद, एक एक उहदा रोम रोम इंद्रा ज्ञान इंद्रा ट्यून्ड। आप नाथ, मन नाथ बन जाता है। जिमें रब जी सारी सृष्टि के नाथ ने, सारी सृष्टि को अपने नियमित रखा होया है। आप नाथ नाथी सब जाके रिद सिद्ध अवरा साध, जादू टूणे धागे तवीत कुंडली देखना, हाथ दियाँ लकीरां ते विश्वास रखना, और अगला पिछला जन्म दे करके तांत्रिक दे बूहे ते बैठे रहना, और साड़ी किस्मत नूं तोते और कबूतर पिंजरे ते बैठ के सड़क के किनारे ते कड्डण, या मेरे काम बारे बिल्ली नूं पहला पता लग जाए, खोते नूं पहला पता लग जाए। इन्हां किस्मां दीयां गल्लां, नंबरस ते बिलीव करना, 7 और 13 और समथिंग समथिंग, और नीले काले पत्थरां ते बिलीव करना, ये सारा की है रिद सिद्ध अवरां साध। ये जमा वाली बुद्धि है, ये तो विश्वास नहीं रख सकता रखदा। संजोग विजोग दो कार चलावे, वो चंगे गुणां दे नाल रोज़ संजोग करता है, सत्संग करता है, अवगुणां नाल रोज़ विजोग करता है। इस तरह अपने जीवन की कार चलाता है। ऐसी मत नूं आदेश दिसे आदेश, आदि अनाद नाहत जुग जुग एको वेस। इस तो अगली पौड़ी आई जिहड़ी साडी कल असी डिस्कस कीती सी, उहनूं एक रब नाल जुड़न वाली मत प्राप्त होंदी है, उहनूं कहंदे ने एकमाई। और जिवें रब जी सारी सृष्टि दे अंदर चंगे चंगे गुण खिलार के रखते ने, क्योंकि रब जी का मत कॉन्सैप्ट गुरमति च है वर्च्यूज़, कोई वाइसिस नहीं। वर्च्यूज़ नूं गुरबाणी संत कहंदे ने। वर्च्यूज़ का संग करना गुरबाणी च नूं साध संग कहंदे ने। किसी फिजिकल मनुख की संगत नूं साध संग नहीं कहंदे ने, फिजिकल मनुख नूं संत नहीं कहंदे ने। चंगे चंगे गुणां नूं संत कहंदे ने। चंगे चंगे गुणां दा संग करना संतन संग, साध संग कहलांदा। कितना सिंपल सिंपल है। मेरे वीर जी जिहड़े इत्थे प्रधान साहब ने अनाउंस कर रहे थे कि बड़ियां ये गहराई च गल्लां करते हैं, मनु लग रहा मनु गहराई नहीं, बिल्कुल सिंपल सिंपल सादिया सादिया तुहाडे नाल गल्लां करते हैं, ताकि कॉमन मैन समझ सके, किसी दी मोनोपली ना रवे, साडे और रब जी दे विचकार कोई विचोला ना रवे। ये तो गुरमत दा एम है कि रब और मनुख दे विचकार नो विचोला, नो क्लर्जी डिपार्टमेंट, नो तीरथ, नो पिलग्रिमेज, नो बारला एनीथिंग। दिल में है तस्वीर यार की, जब जी चाहे गर्दन झुका के देख लो। कोई विचोला नहीं, कोई डिस्टेंस ट्रैवल नहीं करना, अपने अंदर रब जी रहंदे ने। फरीदा जंगल जंगल क्या भावें वड़कंडा मोड़े, वसी रब हरियाली है। जंगल क्या ढूंढे, अबे बाहर क्या ढूंढता है, कहाँ तीर्थों पे जाता है, कहाँ पहाड़ियों पे ढूंढता है, किधर किधर जंगलों में जाता रहता है। रब जी तेरे अंदर वसते ने। उस दी चंगे चंगे गुणा दी इस सारी सृष्टि के नियमां दे नाल ना एक मिकता है, वननेस है। जुगत व्याई, जितने चंगे गुण होणगे, चंगे गुणां नाल आत्मक चैन मिलेगा। इंज हो सकता है कि मेरा चंगा गुण फर्ज करो मैं रिश्वत नहीं लैंदा। ये हो सकता है कि शरीरक तौर पे मेरे घर पखा भी ना होवे। हो सकता है मैं
एयर कंडीशन और कार नाल लै सकदा होवां। दुनिया की नज़र विच मेरे शरीर उत्ते सफरिंग्स हो रही ने कि गर्मी लग रही है, कार नहीं है, पैदल जाना पड़ रहा है, साइकिल पे जाना पड़ रहा है, यह हो सकता है। लेकिन आत्मक चैन, ये चंगे गुण उस टैकनीक नाल व्याए होए ने। जो चंगे गुण तू जानदा है उन्होंने प्रैक्टिकल जीना, जुगत व्याही। एक रब जी की मत जो विकारां तो मनु, जिसनों असीं शुरू पढ़िया सी, गुर ईश्वर गुर गोरख वर्मा, गुर पार बती माई, पार कराण वाली वती, सुहागवती। सुहागवती की होंदा है? ज्ञान राव जब सेजा वै तो नानक भोग रही। सच दे ज्ञान दी प्रैक्टिकल लिविंग दे नाल ना एक मिकता है। द मोर यू लिव प्रैक्टिकली, जानते तो हम सब कुछ है, हम सबको सब कुछ मालूम है, धर्म तो सारों को मालूम है, बट वी आर नॉट प्रैक्टिकल। द मोमेंट यू आर प्रैक्टिकल, you enjoy it, you can relish it, you can have this taste कि स्पिरिचुअलिटी ਨੂੰ प्रैक्टिकल जीण ਵਿੱਚ कितना आनंद ते संतोख है, कितना चैन है। पली सुहावी छापरी जा मैं गुन गाए, कित ही कामना तौल हर जीत हर बिसराए। चैन आ जाता है। ਉੱਚੇ ਉੱਚੇ ਅਮੀਰ ਅਮੀਰ ਅਖਵਾਉਣ ਵਾਲੇ ਖਿਆਲ ਖਤਮ ਹੋ ਜਾਂਦੇ ਨੇ। ਅਤੇ ਮੇਰੇ ਨਾਨੀ ਜੀ ਕਹਿੰਦੇ ਹੁੰਦੇ ਸਨ, ਜਿਹੜੇ ਵੱਡੇ ਵੱਡੇ ਘਰ ਬਣੇ ਫਿਰਦੇ ਨੇ, ਵੱਡੇ ਵੱਡੇ ਜੋ ਦੀਸਿਆ ਲੋਕ ਤਿੰਨ ਕੋ ਵਿਆਪਿਆ ਚਿੰਤਾ ਰੋਗ। ਜੇ ਮੈਨੂੰ ਚਿੰਤਾ ਰੋਗ ਸਤਾਉਂਦਾ, ਮੈਂ ਵੱਡਾ ਕਿਧਰੇ ਬਣਨ ਦੇ ਲਾਲਸਾ ਵਿੱਚ ਹਾਂ। ਅਤੇ ਕਹਿੰਦੇ ਸਨ ਵੱਡੇ ਘਰ ਦਾ ਫੁਲਕਾ ਸੜਿਆ। ਜਿਤਨੇ ਅਸੀਂ ਵੱਡੇ ਵੱਡੇ ਬਣਦੇ ਹਾਂ ਉਤਨੇ ਸਾਡੇ ਸਾਰਿਆਂ ਦੇ ਅਪਸੈਟ ਹੋਣ ਦੇ ਕਾਰਨ ਬਣਦੇ ਨੇ। ਨਮਰਤਾ ਵਿੱਚ ਰਿਹਾ ਕਰ। ਏਕਾ ਮਾਈ ਜੁਗਤ ਵਿਆਈ। ਤਿੰਨ ਨੂੰ ਕੱਲ੍ਹ ਅਸੀਂ ਸਮਝਿਆ ਸੀ, ਤਿੰਨ ਦਾ ਮਤਲਬ ਹੁੰਦਾ 3 ਨਹੀਂ ਹੁੰਦਾ। ਤਿੰਨ ਦਾ ਮਤਲਬ ਹੁੰਦਾ ਤੱਤੇ ਨੂੰ ਸਿਆਰੀ ਅਤੇ ਨੰਨੇ ਨੂੰ ਸਿਆਰੀ। ਤਿੰਨ ਦਾ ਮਤਲਬ ਹੁੰਦਾ ਉਸ। ਜਿਵੇਂ ਕਿ ਅਸੀਂ ਕੱਲ੍ਹ ਪੜ੍ਹਿਆ ਸੀ, ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਉਹਦੀ ਗ੍ਰਾਮਰ ਵੀ ਇਹੀ ਹੈ, ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਸੋ ਕੱਲ੍ਹ ਅਸੀਂ ਇੱਥੇ ਤੱਕ ਇਸ ਨੂੰ ਕਰ ਚੁੱਕੇ ਸੀ। ਫਿਰ ਅਸੀਂ ਪੜ੍ਹਿਆ ਸੀ ਥਾਲ ਵਿੱਚ 3 ਵਸਤੂ ਪਈ ਹੋ। 3 ਡਜ਼ ਨੋਟ ਮੀਨ 3। ਉੱਥੇ ਵੀ 3 ਦੇ ਨੰਨੇ ਨੂੰ ਸਿਆਰੀ ਹੈ। ਥਾਲ ਵਿੱਚ 3 ਦਾ ਮਤਲਬ ਤੁਰ ਕੀ ਬਾਣੀ ਆਈ। 3 ਮਤਲਬ ਉਸਨੇ, ਤੁਰ ਕੀ ਬਾਣੀ ਨੇ, ਤਿਸ ਨੇ, ਉਸ ਨੇ, ਰੱਬ ਜੀ ਨੇ। ਤੁਰ ਕੀ ਬਾਣੀ ਆਈ, 3 ਸਗਲੀ ਚਿੰਤ ਮਿਟਾਈ। ਥਾਲ ਵਿੱਚ 3 ਵਸਤੂ ਪਈ ਹੋ। ਰੱਬ ਜੀ ਨੇ ਵਸਤੂਆਂ ਪਾਈਆਂ ਹੋਈਆਂ, 3 ਨਹੀਂ ਨੇ। ਰੱਬ ਜੀ ਦੇ ਗੁਣ ਬੇਅੰਤ ਹਨ, ਅਨਲਿਮਿਟਿਡ ਹਨ, ਇਨਐਵਿਟੇਬਲ ਹਨ, ਇਨਫਿਨਿਟ ਹਨ। ਇਸੀ ਕਰਕੇ ਕਿ ਭਾਖਿਆ ਭਾਉ ਅਪਾਰ ਬੋਲਿਆ ਕਰ। ਕਈ ਮੈਨੂੰ ਪੁੱਛਦੇ ਨੇ ਬੱਚਾ ਬਹੁਤ ਤੰਗ ਕਰੇ, ਫਿਰ ਵੀਰ ਜੀ ਕੋਈ ਤਾਂ ਲਿਮਿਟ ਹੋਣੀ ਚਾਹੀਦੀ ਹੈ ਨਾ। ਜਾਂ ਮੇਰਾ ਪਤੀ ਸਿਰ 'ਤੇ ਹੀ ਚੜ੍ਹਦਾ ਜਾਏ, ਕੋਈ ਤਾਂ ਲਿਮਿਟ ਹੋਣੀ ਚਾਹੀਦੀ ਹੈ, ਨਹੀਂ ਤਾਂ ਅਗਲਾ ਟੇਕ ਇਟ ਗ੍ਰਾਂਟਿਡ ਲਏਗਾ। ਵਾਟ ਇਜ਼ ਦ ਲਿਮਿਟ? ਤਾਂ ਮੈਂ ਉਹਨੂੰ ਕਹਿੰਦਾ ਦੇਰ ਇਜ਼ ਨੋ ਲਿਮਿਟ। ਆਪਣਾ ਜਿਗਰਾ ਆਕਾਸ਼ ਵਰਗਾ ਵੱਡਾ ਬਣਾ, ਔਰ ਆਕਾਸ਼ ਵਰਗੇ ਹਿਰਦੇ ਵਿੱਚ ਬੇਅੰਤ ਗੁਣ ਹੁੰਦੇ ਨੇ। ਆਕਾਸ਼ ਵਰਗਾ ਹਿਰਦਾ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਵਾਲੀ ਬੋਲੀ ਨਹੀਂ ਸਿੱਖਦਾ। ਅਪਾਖਿਆ ਦੀ ਬੋਲੀ ਦੇ ਬਦਲੇ ਭਾਖਿਆ ਭਾਉ ਅਪਾਰ ਦੀ ਬੋਲੀ ਸਿੱਖਦਾ ਹੈ। ਸੋ 3 ਦਾ ਮਤਲਬ ਉਸਨੇ। ਚੇਲੇ ਪ੍ਰਵਾਨ ਦਾ ਮਤਲਬ ਕੀ ਹੈ? ਪ੍ਰਵਾਨ ਅਸੀਂ ਲੱਭਾਂਗੇ 5 ਪ੍ਰਵਾਨ, 5 ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਨ। ਰੱਬ ਜੀ ਦੀ ਦਰਗਾਹ ਮਰਨ ਤੋਂ ਬਾਅਦ ਨਹੀਂ ਹੈ। ਰੱਬ ਜੀ ਮੇਰੇ ਅੰਦਰ ਵਸਦੇ ਨੇ, ਤਾਂ ਇਹਦਾ ਮਤਲਬ ਰੱਬ ਜੀ ਦੀ ਦਰਗਾਹ ਵੀ ਅੰਦਰ ਹੈ। ਚੰਗੇ ਗੁਣ ਪ੍ਰਵਾਨ ਹੁੰਦੇ ਨੇ, 5 ਪ੍ਰਵਾਨ, 5 ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਨ। ਰੱਬ ਜੀ ਨੇ ਚੰਗੇ ਚੰਗੇ ਗੁਣਾਂ ਨੂੰ ਪ੍ਰਵਾਨ ਕੀਤਾ ਹੋਇਆ, ਔਰ ਚੰਗੇ ਚੰਗੇ ਗੁਣਾਂ ਦੀ ਮੱਤ ਦਿੰਦੇ ਨੇ ਏਕਾ ਮਾਈ ਦੇ ਨਾਲ। ਉਹ ਜਦੋਂ ਜੁਗਤੀ ਨਾਲ ਉਸਨੂੰ ਅਮਲ ਵਿੱਚ ਜੀਓ, ਤਾਂ ਫਿਰ ਕੀ ਹੁੰਦਾ? ਇੱਕ ਸੰਸਾਰੀ ਰੀਅਲ ਸੈਂਸ ਵਿੱਚ ਹਾਊ ਟੂ ਬੀ ਸੰਸਾਰੀ ਦੀ ਮੱਤ ਅਕਲ ਸਮਝ ਆ ਜਾਂਦੀ ਹੈ। ਵਰਨਾ ਵੱਡਾ ਹੋਇਆ ਦੁਨੀਦਾਰ। ਜਿਤਨੇ ਅਸੀਂ ਵੱਡੇ ਦੁਨੀਦਾਰ ਹੁੰਦੇ ਜਾਂਦੇ ਹਾਂ, ਉਹਨਾਂ ਗੱਲ ਸੰਗਲ ਘੱਤ 'ਚ ਲਾਇਆ ਹੁੰਦਾ ਜਾਂਦਾ ਹੈ। ਪਰਸੋਂ ਹੀ ਮੈਨੂੰ ਕੋਈ ਮਿਲੇ ਸੱਜਣ, ਆਸਟ੍ਰੇਲੀਆ ਤੋਂ ਆਏ ਨੇ। ਕਹਿੰਦੇ ਨੇ ਵੀਰ ਜੀ ਸਾਨੂੰ ਆਇਆ ਅੱਜ 28 ਦਿਨ ਹੋਏ ਨੇ। 28 ਦਿਨ ਤੋਂ ਅਸੀਂ ਨਾ ਘਰ ਇੱਕ ਵਾਰੀ ਵੀ ਰੋਟੀ ਨਹੀਂ ਖਾ ਸਕਿਆ।
पेट खराब हो गया। मैं क्या क्यों? वीर जी एक एक विआह दियां 5-5 सैरेमनीज़ और सानू तो चल ही पै गया सवेरे शामी दुपहरी, सवेरे शामी दुपहरी ट्रैफिक जैम और उत्थे जा जाके हलवाइयां दी खा खा के। मैं क्या फिर सारे कार्डां ते ना जाया करो। जितना वड्डा यू आर नोन बिकॉज यू वांटेड टू बी वड्डा, यू वांटेड टू बी फेमस, फेम चाहता सी उतने कार्ड आ जाते हैं। जितने कार्ड आते हैं वड्डा हुआ दुनीदार, गल संगल कत चलाए। अबे आना पड़ेगा। आप नहीं आए वहाँ पर हमारे वहाँ पे ना, आप मेहंदी पे नहीं आए, लेडी संगीत में तो आप आए नहीं। और वो जब डीजे हो रहा था आप में से कोई नाचा ही नहीं वहाँ पे। और वो जब मिलनी थी देखे हमने फोटो देखी हैं, तुम नहीं आए थे वहाँ पे। मतलब हर सैरेमनी अंदर तुसी फसे रहोगे। गल संगल कत चलाया। ਇਹ ਜਿਹੜੀ ਹੁੰਦੀ ਹੈ ਇਹਨੂੰ ਕਹਿੰਦੇ ਨੇ ਛੱਡ ਦੁਨੀਆ, ਛੱਡ ਦੁਨੀਆ, ਛੱਡ ਦੁਨੀਆ, ਛੱਡ ਦੁਨੀਆ, ਅੰਦਰ ਜਾਵਣਾ, ਅੰਦਰ ਜਾਵਣਾ। कपड़ रूप सुहावना, कपड़ रूप सुहावना, छड़ दुनिया, छड़ दुनिया, छड़ दुनिया, छड़ दुनिया, अंदर जावना। ए दुनियादारी छड्ड। दुनियादारी छड्डण दा मतलब ये नहीं है कि तू सुसाइड कर ले। दुनियादारी छड्डण दा मतलब है दुनिया जेड़े जेड़े अवगुण करती है, तू सोसाइटी में फिट होने के लिए सारे गलत काम करता है, तू सोसाइटी में फिट होने के लिए दाज लेता है, तू सोसाइटी में फिट होने के लिए शराब पीता और पिलाता है। की भुलेखा तेनू पै गया? छड्ड दुनिया, ए दुनियादारी छड्ड, ए वड्डा दुनीदार ना बन, तेरा नुकसान हो जाएगा। संसारी दी मत आ जाती है। ये कमाई जुगत व्याई 3 चले प्रमाण। ये चंगे चंगे गुणों को अमली तौर पर जीवो तो सही मैंने संसारी कैसे होते हैं वो वाले चंगे ईच एंड सिंगल चंगे गुण दे एक दे कक्के नू औंकड़। एक संसारी एक भंडारी ओनू चंगे चंगे गुणों का खजाना प्राप्त होता है ਅਤੇ एक लाए दी बाण उसनू चंगे मंदे का निखेड़ा करन दी अकल आ जाती है। हाउ टू एनालाइज, हाउ टू डिफरेंशिएट अच्छा क्या है और बुरा क्या है, और बुरा मुझे नहीं करना। इनू कहते हैं डिवाइन कॉमन इंटलैक्ट, इनू कहते हैं विवेक बुद्धि। ਇਹ ਤੈਨੂੰ प्राप्त तो होएगी जे तू गुरमत अनुसार चंगे जीवन की मत लेगा, कूड़ छड्डदा जाएगा और अमली तौर पर जींदा जाएगा। क्योंकि जर्नी चल रही है पहली पौड़ी तो इत्थे तक, उसकी जो विरला बनना चाहता है, जो कूड़ छड्डना चाहता है, अते ये सारी मत लैके बिरले मन नूं रब्बी गुणा की उत्पत्ति वाली संसारी विवेकों वाली मत प्राप्त होती है। विवेक बुद्धि ही भंडारा वंडण वाली उसनूं मत भंडार मिलता है। भंडारी की अकल जो हरेक अंग रोम रोम नूं चंगे चंगे गुण वंडदी है, अते ये बुद्धि चंगे मंदे ख्यालों का निखेड़ा करन वाला दी बाण दी उसनूं अकल आ जाती है। जिव तिस भावै, जिस तरह उस मन नूं भाउंदा है, उन्होंने पसंद आया सी, वो ये मत लैंदा है, तिवें चलावै अपने सारे इंद्रे ज्ञान इंद्रे नूं इस तरह चलाता है। कितना फ़र्क है योग मत नालों। योग मत कहता सी तुमको अपने ऑर्गन्स काबू करने हैं, एक टांग फड़ खड़े हो जाओ, इतने दिन खाना ना खाओ, ये ना खाओ, वो ना खाओ, आंखें बंद कर लो, बोलते हो तो चुप कर जाओ, मौन व्रत धार लो, ये कर लो, वो कर लो, पुट्ठे लटक जाओ। वो हठ योग सिखांदी सी। गुरु साहब कहते तेरी ना पूरी बॉडी फिक्स हो जाएगी, एक एक ऑर्गन नूं ना फिक्स करिया कर। तू सतगुर दी मत लैके सोदर दे अंदर चंगे गुण संभाल के तिथे घड़िए सुरत मत मन बुद्ध, तेरा मन नूं फिक्सअप कर लिया ना, सुरत मत बुद्ध सारे आपे फिक्सअप हो जाएंगे, सारी तेरी बॉडी काबू हो जाएगी। जिव तिस भावै तिवें चलावै, जिऊं होवै फुरमान, ओ वेखै ओ ना नदर ना आवै, बहुत आए भी डाण।
ਕਿੰਨੀ ਅਜੀਬ ਗੱਲ ਹੈ, ਜਿਸ ਤਰ੍ਹਾਂ ਸਾਨੂੰ ਰੱਬ ਜੀ ਨਜ਼ਰ ਨਹੀਂ ਆਉਂਦੇ ਨੇ ਨਾ, ਇਸ ਤਰ੍ਹਾਂ ਮਨ ਸਤਿਗੁਰ ਦੀ ਮੱਤ ਲੈ ਕੇ ਕੂੜ ਉਤਾਰ ਕੇ ਆਪਣੇ ਇੱਕ ਇੱਕ ਇੰਦਰੇ ਗਿਆਨ ਇੰਦਰੇ ਪੂਰੀ ਬਾਡੀ ਰੋਮ ਨੂੰ ਚਲਾਉਂਦਾ ਹੈ। ਔਰ ਇਹਨਾਂ ਨੂੰ ਮਨ ਨਜ਼ਰ ਨਹੀਂ ਆਉਂਦਾ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਸਾਰਿਆਂ ਨੂੰ ਆਪਣੇ ਨੱਥ ਹੇਠਾਂ ਆਪਣੀ ਰਾਜ ਹੇਠਾਂ ਚਲਾਉਂਦਾ ਹੈ। ਇਸ ਬਾਡੀ ਦਾ ਰਾਜਾ ਨਾ ਮਨ ਹੈ, ਮਨ ਰਾਜਾ, ਉਹਨੂੰ ਕਹਿੰਦੇ ਨੇ ਮਨ ਸੁਲਤਾਨ। ਔਰ ਇਹ ਸਾਰੀ ਬਾਡੀ ਨੂੰ ਚਲਾਉਂਦਾ ਹੈ। ਜੇ ਇਸ ਨੂੰ ਸਤਿਗੁਰ ਦੀ ਮੱਤ ਨਾ ਮਿਲੀ ਹੋਵੇ ਤਾਂ ਇਹ ਬਾਡੀ ਕੋਲੋਂ ਗਲਤ ਕੰਮ ਕਰਾਉਂਦਾ ਹੈ, ਰਹਿੰਦਾ ਰਾਜਾ ਹੀ ਹੈ। ਪਰ ਜੇ ਸਤਿਗੁਰ ਦੀ ਮੱਤ ਲੈ ਲਵੇ, ਰੱਬ ਜੀ ਦੀ ਮੱਤ ਲੈ ਲਵੇ, ਤਾਂ ਇਹ ਚੰਗੇ ਕੰਮ ਇਸ ਕੋਲੋਂ ਕਰਾਉਂਦਾ ਹੈ, ਲੇਕਿਨ ਸਟਿਲ ਰਹਿੰਦਾ ਰਾਜਾ ਮਨ ਹੀ ਹੈ। इस बॉडी का चालक ड्राइवर कौन होता है? मन। ये मन जैसा सेवे तैसो होए, तेहे कर्म कमाए। जैसा सोचता है वैसा हो जाता है और वैसा इस बॉडी से कर्म कराता है। कितनी ज़बरदस्त जपजी साहब की एक कैमिस्ट्री गुरु पातशाह सानू सुनाते ने और समझाते ने। तो कहते ने वो वेख्या उन्हां नज़र ना आवे बहुता ये विडाण, आदेश दिसे आदेश, आद अनील अनाद नाह जुग जुग एक वेस। और कल इसनू कनक्लूड करन वेले लास्ट मोमेंट मैनू एक पॉइंट बड़ा स्पॉन्टेनियस क्लिक होया सी कि इसनू जे असी समझना होवे तां साडे जीवन विच ਅਸੀਂ ਜਿਸ ਕੰਟਰੀ 'ਚ ਰਹਿੰਦੇ ਹਾਂ ਉਹਦਾ ਕੌਂਸਟੀਟਿਊਸ਼ਨ ਸਾਨੂੰ ਦੇਖ ਨਹੀਂ ਰਿਹਾ, ਉਹਦਾ ਕੌਂਸਟੀਟਿਊਸ਼ਨ ਬਣਾਉਣ ਵਾਲੇ ਵੀ ਸਾਨੂੰ ਵੇਖ ਨਹੀਂ ਰਹੇ। ਬਟ ਇਫ ਆਈ ਵਾਂਟ ਟੂ ਫੋਲੋ, ਉਹ ਵੇਖ ਹੈ ਭਾਵ ਦੈਟ ਇਜ਼ ਦੇਅਰ, ਉਹ ਨਾ ਨਜ਼ਰ ਨਾ ਆਵੇ, ਮੈਨੂੰ ਨਜ਼ਰ ਨਹੀਂ ਆ ਰਿਹਾ। ਬਿਲਕੁਲ ਇਸੇ ਤਰੀਕੇ ਨਾਲ ਰੱਬ ਜੀ ਦੇ ਚੰਗੇ ਗੁਣ ਇਸ ਮਨ ਨੂੰ ਪ੍ਰਾਪਤ ਹੋਏ ਨੇ ਔਰ ਇੰਦਰੀ ਗਿਆਨ ਇੰਦਰੀਆਂ ਕੋਲੋਂ ਉਸ ਤਰ੍ਹਾਂ ਕਰਾਉਂਦਾ ਹੈ। ਲੇਕਿਨ ਜਿਹੜਾ ਉਹਨੂੰ ਇਗਨੋਰ ਕਰੇ, ਉਹਨੂੰ ਨਾ ਸਮਝਣਾ ਚਾਹੇ, तो वो कहेगा फलाना भी बेईमानी करता है। देखो जिन्होंने हेरा फेरी की, जिन्होंने बेईमानी की, जिन्होंने शराबें बरताई, उनको तो देखो उनके साथ कितने रिश्तेदार हैं, उनके साथ देखो कितनी बरादरी है, वो देखो कितने कामयाब हैं। जो अमीरी मार रहे हैं उसने हेरा फेरी करी, तो फिर शराफत में रहने का क्या फ़ायदा है। इसका मतलब दे वॉन्ट टू फॉलो वाइसिस, दे डोंट वॉन्ट टू फॉलो वर्च्यूज़। उन्होंने अपना माइलस्टोन, अपना निशान, अपना रोल मॉडल ਭੈੜੇ ਮਨੁੱਖ ਦੀਆਂ ਕਰਤੂਤਾਂ ਨੂੰ ਬਣਾਇਆ। ਪਰ ਜਪਜੀ ਸਿਖਾ ਰਿਹਾ ਹੈ ਇਨਸਾਨ, ਤੂੰ ਕੁੜਿਆਰ ਤੋਂ ਸਚਿਆਰ ਬਣਨਾ ਚਾਹੁੰਦਾ ਹੈ ਤਾਂ ਚੰਗੇ ਗੁਣਾਂ ਨੂੰ ਮਾਡਲ ਬਣਾਇਆ ਕਰਨਾ। ਜਦੋਂ ਚੰਗੇ ਗੁਣਾਂ ਨਾਲ ਜੀਣ ਲੱਗ ਪੈਂਦੇ ਹਾਂ ਤਾਂ ਰੱਬ ਜੀ ਪ੍ਰੈਜ਼ੈਂਟ ਨਜ਼ਰ ਆਉਂਦੇ ਨੇ। ਉਹਨੂੰ ਕਹਿੰਦੇ ਨੇ ਕੀਤਾ ਲੋੜੀਐ ਕੰਮ ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸੱਚੀ ਸਿੱਖਿਆ ਦੇ ਕੇ ਕਾਰਜ ਸਵਾਰ ਦਿੰਦੇ ਨੇ। ਕਾਰਜ ਕੀ ਹੈ? ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ। ਭੈ ਭੰਜਨ ਕਾਰਜ ਹੈ, ਮੇਰਾ ਡਰ दूर कर दो, मेरे को फियरलेस बना दो। निरपौ जपै सगल पौ मिटै, जिन निरपौ जिन हार निरपौ त्याजी तिनका पाव सब गुआसी। मेरे को ना डर बड़ा लगता है, मेरे को अपने जैसा निरभाव बना दो। मैं रोज़ सवेरे पढ़ता हूँ तुसी निरभाव हो, पर मैं बड़ा डरपोक हूँ। जदों असी डरपोक होंदे हाँ तां रब जी नज़र नहीं आते ने। तां किवें डर दूर होंदा है? डर डर मरते जब जानी है दूर, डर डर मरते जब डर डर मरते जब जानी है दूर, डर चुका देखा भरपूर, डर चुका देखा भरपूर। जदों मैं रब जी नूं दूर समझदा सी तां मैं डरदा सी, रब जी नूं हाज़र समझना डर गया। ते जदों असी किसी भी किस्म की हेरा फेरी करते हाँ तो डर आता है।
ਰੱਬ ਜੀ ਨੂੰ ਹਾਜ਼ਰ ਨਾਜ਼ਰ ਸਮਝ ਲਈਏ। ਕੋਈ ਦੁਨੀਆ ਦਾ ਮਨੁੱਖ ਨਹੀਂ ਵੇਖ ਰਿਹਾ, ਪਰ ਜਦੋਂ ਮੈਂ ਰਿਅਲਾਈਜ਼ ਕਰਾਂ ਮੇਰੇ ਅੰਦਰ ਦੇ ਰੱਬ ਜੀ ਵੇਖ ਰਹੇ ਨੇ, ਮੈਨੂੰ ਦੁਨੀਆ ਦੀ ਕਚਹਿਰੀ 'ਚ ਸੱਚਾ ਨਹੀਂ ਹੋਣਾ, ਮੈਨੂੰ ਲੋਕਾਂ ਦੇ ਸਮਾਜ ਦੇ ਪ੍ਰੋਟੋਕੋਲ 'ਤੇ ਸੱਚਾ ਨਹੀਂ ਹੋਣਾ, ਮੈਨੂੰ ਆਪਣੇ ਅੰਦਰ ਦੇ ਰੱਬ ਜੀ ਦੀ ਪ੍ਰੈਜ਼ੈਂਸ ਮਹਿਸੂਸ ਹੋ ਗਈ ਹੈ, ਡਰ ਗਿਆ। ਤਾਂ ਉਹ ਮਨੁੱਖ ਕੋਈ ਭੈੜ ਕਰਨ ਵਾਲੇ ਨੂੰ ਫੋਲੋ ਨਹੀਂ ਕਰੇਗਾ, ਰੱਬ ਜੀ ਨੂੰ ਹਾਜ਼ਰ ਨਾਜ਼ਰ ਸਮਝੇਗਾ। ਤਾਂ ਇਹ ਅਵਸਥਾ ਵਾਪਰ ਜਾਂਦੀ ਹੈ ਕਿ ਉਸ ਨੂੰ ਅਲੱਖ ਪ੍ਰਭ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਤਾਂ ਅਲੱਖ ਮਨ ਵੀ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਸਾਰੇ ਇੰਦਰੇ ਗਿਆਨ ਇੰਦਰੇ ਮਨ ਦੇ ਆਖੇ ਲੱਗ ਕੇ ਸੱਚ ਪਾਸੇ ਟੁਰਨ ਲੱਗ ਪੈਂਦੇ ਨੇ। ਔਰ ਜਦੋਂ ਇੰਦਰੇ ਗਿਆਨ ਇੰਦਰੇ ਸੱਚ ਪਾਸੇ ਨਾ ਟੁਰਨ ਤਾਂ मिस हैपनिंग की होती है। मेरी आँखों को बताया गया है तुमने किसी की तरफ नफ़रत से नहीं देखना, पर अगर मैं नफ़रत नाल देखिया मेरा मत्था कुटिया जाएगा। अगर मैनू कोई पुराना गुस्सा याद आ गया मेरी भावां चढ़ जाएगियां। अगर मैं किसी को लेट डाउन हैं ये कहाँ से आ गए। अखां ने सच दा कहना नहीं मन्निया, मन तन भंग हो गया। इस तरह जोगी सोचते सी ए सारे ऑर्गनस नू फिक्सअप किया जाए। गुरु साहब कहते ने तू ये सारे फिक्सअप करने वास्ते पता ही करदा है, चौकड़ा मार लैंदा है, समाधि लगा लैंदा है, विआह नहीं करांदा, इस्त्री नू नरक दा द्वार समझदा है और पहाड़ी और जंगल ही जाके बैठ जाता है। कमाइयाँ बिल्कुल नहीं करता, फक्कड़ होके रिनाउंसिंग करके त्यागो त्यागो करके भाग जाता है सारी दुनिया को माया माया कह के। तैनू रियल समाधि समझ आनी चाहिए है। तू माला फेरदा रहना है, तू मैडिटेशन करता रहना है। गुरमति मैडिटेशन प्रवान नहीं है। जदों एक दी मत लैंदा है कमाई और चंगे चंगे गुणां नाल प्रैक्टिकल जीण लगता है, उहदे अंदर चंगे गुणां की उत्पत्ति करन वाली संसारी भंडारी की सारी मत आ जाती है। एक संसारिक भंडारी कलाई की बाण और चंगे मंदे का निखेड़ा करना आना शुरू हो जाता है। ਉਹਦੇ सारे इंद्रे ज्ञान इंद्रे काबू आ जाते हैं। सारे रल के कहते हैं ये मन जिस पासे लीडर हमारा टुर रहा है ना, हम भी उस तरफ ही टुरेंगे, असां भी उत्थे जाना। ये शब्द जो भी पढ़िया जाता मोस्टली जिस बंदे की जो डैथ हो जाए, पर डैथ वास्ते नहीं है। ਜਦੋਂ ਇੱਥੇ ਬੈਠ ਕੇ ਸ਼ਬਦ ਗਾਈਏ ਔਰ ਇੱਕ ਬੰਦੇ ਦੀ ਡੈਥ ਹੋ ਗਈ ਹੈ ਜਾਂ ਕਿਰਿਆ ਦਾ ਭੋਗ ਹੈ ਜਾਂ ਸੰਸਕਾਰ ਵਾਲੀ ਥਾਂ 'ਤੇ ਇਹਨੂੰ ਗਾਇਆ ਜਾਂਦਾ ਤਾਂ ਉਹਦਾ ਮਤਲਬ ਹੁੰਦਾ ਇਹ ਜਿਹੜਾ ਬੰਦਾ ਮਰ ਗਿਆ ਨਾ ਅਸਾਂ ਵੀ ਉੱਥੇ ਜਾਣਾ। ਪਰ ਸ਼ਬਦ ਉਹਦੇ ਪ੍ਰਥਾਏ ਨਹੀਂ ਹੈ, ਬੜੀ ਉੱਚੀ ਅਵਸਥਾ ਦਾ ਸ਼ਬਦ ਹੈ। ਸਾਰੇ ਇੰਦਰੇ ਗਿਆਨ ਇੰਦਰੇ ਸਾਰੀ ਇਹ ਸਖੀਆਂ ਸਹੇਲੜੀਆਂ ਰਲ ਕੇ ਕਹਿ ਰਹੇ ਨੇ ਇਹ ਮਨ ਜਿਸ ਸੱਚੇ ਪਾਸੇ ਟੁਰ ਪਿਆ ਨਾ ਅਸਾਂ ਵੀ ਉੱਥੇ जाना। हम भी सारे इसको फॉलो करते हैं। दिस इज रियल समाधि। ए रियल समाधि दी पौड़ी साडी अज शुरू होंदी है। आदेश तिसै आदेश, आदेश तिसै आदेश, आद अनील अनाद जुग जुग एको बेस, आदेश तिसै आदेश, आदेश तिसै आदेश। आसन लोए लोए भंडार, जो किछ पाया सो एका बार, कर कर वेखै सिरजनहार, नानक सच्चे की साची कार, नानक सच्चे की साची कार। आदेश तिसै आदेश, आदेश तिसै आदेश। ਹੁਣ ਉਹ ਇੱਕ ਦੀ ਮੱਤ ਲੈ ਕੇ ਚੰਗੇ ਗੁਣਾਂ ਨੂੰ ਸੰਭਾਲ ਕੇ ਰੱਖਦਾ ਔਰ ਇੱਕ ਇੱਕ ਇੰਦਰਾ ਗਿਆਨ ਇੰਦਰਾ ਸਮਾਧੀ ਸਥਿਤ ਹੋਤਾ ਜਾਂਦਾ ਹੈ। ਮੀਨਸ ਟਿਊਨਡ ਹੁੰਦਾ ਜਾਂਦਾ ਹੈ। ਆਸਣ ਲੋਏ ਲੋਏ ਭੰਡਾਰ, ਆਸਣ ਮੀਨਸ ਟਿਕ ਜਾਣ ਵਾਲੇ ਚੰਗੇ ਖਿਆਲ, ਭੁੜਕਨੇ ਖਿਆਲ, ਦੁਆਰੇ ਦੁਆਰੇ ਸਵਾਂਜੋ ਡੋਲਤ ਵਾਲੇ ਖਿਆਲ ਛੁੱਟ ਜਾਂਦੇ ਨੇ ਅੰਦਰੋਂ।
माई मैं तन पायो हर नाम, मन मेरो धावन ते छूटियो, कर बैठो विश्राम। टिक गया, चौंकड़ा नहीं मारना पिया, अखां नहीं बंद करनिया पईयां, किसी बिंदु पल किसी जगह पर किसी खास एक लफ्जी रटन पर कोई ध्यान नहीं करना पिया। आसन लोए लोए भंडार, चंगे चंगे ख्याल चंगे फुरने, टिक जाण वाले निज का रब्बी दरबार अंदर टिक जाना, थापिया जाना, उसनू अंदर टिका दिता जाता है। थापिया जाना, लोए लोए ख्याल ख्याल, एक एक रोम रोम, एक एक खंड, विरले मन नूं टिक जाण वाले नेकां चंगे गुणां दा ख्याल आंदे ने निज घर दे भंडार चों। सतगुर जी दा तत ज्ञान वाली मत एकमाई राहीं प्राप्त हुंदे ने। सतगुर दी मत दा उन्हें चोला पाया, चोले नूं उसने सदीवी धारण कीता है। चोले नूं असीं की कहंदे आ? रोब ऑफ ऑनर। जो किछ पाया सो एका वार। इहदे वास्ते असीं एक शब्द होर गायन करदे हां। काया बहुखंड खोजते, काया बहुखंड खोजते, नव निद पाई, नव निद पाई, काया बहुखंड खोजते, काया बहुखंड खोजते, कायो देवा कायो देवल, कायो जंगम जाति, कायो देवा कायो देवल, कायो जंगम जाति, कायो धूप दीप नहीं बेदा, कायो धूप दीप नहीं बेदा, कायो पूजो पाती, काया बहुखंड खोजते, नव निद पाई, नव निद ना कछ आए बो ना कछ जाए बो, ना कछ आए बो ना कछ जाए बो, राम की दुहाई, राम की दुहाई। जो ब्रह्मंडे सोई पिंडे, जो खोजै सो पावै, पीपा प्रणवै परम तत् है, पीपा प्रणवै परम तत् है, सतगुरु होए लिखावै, काया बहुखंड खोजते, नव निद पाई, नव निद पाई। इस काया इस शरीर भाव इसे अंदर, इस देही अंदर ही खंड मंडल पताला ने देही अंदर नाम नौनिध पाई है। देही में इसका विश्राम है। ਜਿਹੜਾ इसनू खोजदा है ਉਹਨਾਂ ਨੂੰ ਨਵ ਨਿੱਧਾ 18 ਸਿੱਧਾਂ ਪ੍ਰਾਪਤ ਹੁੰਦੀ ਹੈ। ਔਰ ਗੱਲ ਪਤਾ ਕੀ ਲੱਗਦੀ ਹੈ, ਸੁਮਤ ਕੀ ਪ੍ਰਾਪਤ ਹੁੰਦੀ ਹੈ, ਨਾ ਕੱਛ ਆਇਬੋ ਨਾ ਕੱਛ ਜਾਇਬੋ,
ना कुछ आंदा है ना कुछ जाता है। यह गुरमत का बहुत बारीक और बड़ा कीमती एक फंडा है, फंडामेंटल है कि इस शरीर विच ना कुछ आंदा है ना जाता है। हम समझते थे जब 3 हफ्ते के माँ के पेट में हो जाते हैं तो आत्मा आ जाती है, और जब हार्ट बीट रुक जाती है किसी भी कारण तो आत्मा बाहर निकल जाती है। पहला कितों लखा साल तो घूमती फिरती आ रही सी, फिर मरण तो बाद आसमान ते फिरती रहती है, और कोई नवे मम्मी पापा लभदी रहती है, और जो उन्होंने चंगे मम्मी पापा ना लभण तो भूत प्रेत बन जाती है, या किसी होर कुत्ते बिल्ले की जून अंदर वड़ जाती है। असी यह सुनिया होया सी। गुरमत कहती है ना कछ आएबो ना कछ जाएबो। होंदा की है, हो ना मूआ मेरी मूही बलाए। होया कदों है, जदों अंदरों ही काया कायो देवा कायो देवल कायो जंगम जाति, अंदरों ही सब कुछ लभ्या। कायो धूप दीप नहीं बेदा कायो पूजो पाती, करदे होए जो ब्रह्मंडे सोई पिंडे। जो बाहर रब समझिया सी वो अंदर मिल गया। जदों मिल गया ना तो मंदे ख्यालों वाली मत चली गई है और चंगे ख्यालों वाली प्राप्त हो गई है। मेरी पहली करूप कुजात कुलखनी सौरे पेय बुरी, वो पहली भैड़े ख्यालों वाली पत्नी मेरी मर गई है। पत्नी का मतलब फिजिकल लैवल ते वाइफ नूं नहीं कहते ने। मेरे मंदे ख्याल हर इंसान की, भावें मुंडा है कुड़ी है आदमी है जनानी है बुढ़ा बुढ़ी, वो भैड़े ख्यालों वाली पहली करूप जो मैनूं करूपता सिखाती सी, कुजात भैड़ी जात वाला जीवन सिखाती सी। पहली करूप कुजात कुलखनी चंगे लक्षण नहीं सी होंदे ओदे, सौरे पई है बुरी। पर हुण की होया जदों सतगुर दी मत लै ली, अब की स्वरूप सुंदर सुजान सियाणी सुलखणी सहजे उदर तरी, पली सरी मूई मेरी पहली बरी। ਇਹਦਾ मतलब साढ़े अंदर होंदा की है, दरअसल साढ़े मंदे ख्यालों वाला मन मर जाता है और चंगे ख्यालों वाला मन बन जाता है। चंगे ख्यालों वाला मन तू करता तू हुआ मुझ में राना हूँ, वो सतगुर की जिसनों मत आवे सो सतगुर माए समाना, वो रब जी नाल एक भी हो जाता है। सो मंदे ख्यालों वाला मन मरदा है, ना कोई आत्मा आंदी है ना कोई आत्मा जाती है। मन नू ट्रांसफॉर्म करना ही आत्मा नू शार्पन करना कहलाता है। अपने अवतरण हुए थल्ले डिगे हुए करैक्टर नू चुक के इंसानियत के तल तक ऊपर लैके जाना, एक्मी ऑफ स्पिरिचुअल लैवल अचीव करना धार्मिकता है। यह जीवन जाच असी सीखते हाँ। ना कछ आएबो ना कछ जाएबो, राम की दुहाई जो ब्रह्मंडे सोई पिंडे, जो खोजा सो पावै, पीपा प्रणव परम तत्त है, सतगुर होई लिखावै। सतगुर दे नाल ये मत समझ आती है, जिस मन नूं नज़र आ जाता है वो चंगे चंगे गुण प्राप्त करता है और फिर छड्डदा नहीं है, फिर मंदे पासे यू टर्न नहीं लैंदा। इस दा सिंपलेस्ट एग्जाम्पल हर वारी असीं यही डिस्कस करते हैं, जिवें निक्के बच्चे नूं टुरना नहीं आंदा, मम्मी पापा उंगल पकड़ते ने, 3 पहिए वाला रेड़ा देंदे ने, वॉकर देंदे ने और उसनूं दे के उसके अंदर टुरन की जाच की मत भर देंदे ने। जदों दुनिया का कोई भी बच्चा टुरना सीख जाता है, सारी उम्र वो टुरना भुलदा नहीं है। इंज मेरे मन का बच्चा जदों सतगुर की मत लैके हुक्म रजाई चलना सीख जाता है, फिर मंदे पासे नहीं आंदा। कुकेंदियां चांगेंदियां मत्ती देंदियां नित, मत्ती देंदियां नित। जो शैतान बजाया से कित फेरे चित, से कित फेरे चित।
ਮਤ ਕੁਕੇਂਦਿਆਂ ਚੰਗੇਂਦਿਆਂ। ਜਿਸ ਨੂੰ ਚੰਗੀ ਮੱਤ ਦਿੱਤੀ ਜਾਏ, ਦਿਨ ਰਾਤ ਉਹਦੇ ਭਲੇ ਵਾਸਤੇ ਉਹਨੂੰ ਸਮਝ ਆ ਜਾਏ ਕਿ ਮੇਰੇ ਵਾਸਤੇ ਚੰਗੇਂਦਿਆਂ ਉਹਨੂੰ ਕਹਿੰਦੇ ਨੇ। ਚੰਗੀ ਮੱਤ ਦਿੱਤੀ ਕੂਕ ਪੁਕਾਰ ਕੇ, ਔਰ ਚੰਗੇਂਦਿਆਂ ਉਹਦੇ ਭਲੇ ਵਾਸਤੇ ਦਿੱਤੀ। ਔਰ ਜਦੋਂ ਉਹ ਸੱਚ 'ਤੇ ਟੁਰ ਪਿਆ, ਉਹ ਜੋ ਸ਼ੈਤਾਨ ਵਜਾਇਆ, ਜਿਸ ਨੇ ਮੰਦੇ ਖਿਆਲਾਂ ਦਾ ਸ਼ੈਤਾਨ ਛੱਡ ਦਿੱਤਾ, ਮੰਦੇ ਖਿਆਲ ਛੱਡ ਦਿੱਤੇ, ਸ਼ੈਤਾਨੀ ਕੂੜ ਛੱਡ ਦਿੱਤੀ, ਉਹ ਮੁੜ ਕੇ ਉਸ ਪਾਸੇ ਯੂ ਟਰਨ ਨਹੀਂ ਲੈਂਦਾ ਹੈ। ਜਿਸ ਨੂੰ ਇੱਕ ਵਾਰੀ ਰਿਕੋਗਨਾਈਜ਼ ਹੋ ਜਾਏ क्रोध करने से मेरा सिर दर्द होता है, मेरा BPI होता है, वो मुड़ के फिर क्रोध नहीं करता, जिसको समझ में आ जाता है। इस तरह चंगे चंगे गुणां दे नाल जीण दी जाच आ जाती है, और फिर उस नूं भुलदा नहीं है। इहनूं कहंदे ने जो किछ पाया सो एका वार। सारी सृष्टि बिग बैंग थ्योरी मनती है कि नहीं मनती, मैनू नहीं पता। गुरमत अनुसार रब जी ने सारी सृष्टि एक नियम विच बनाई हुई है, ये विच आप रहते ने, इस तो वख नहीं रहते ने। और ये जो कुछ पाया सो एका वार है, ये अंदर भी चंगे गुण पाए जाते हैं, और इन्हां चंगे गुणां नूं ही जीना है। जे नहीं जींदा तो मेरा मन बार बार अवगुणां नाल जमदा मरदा रहिंदा है। पर जे मेरे मन नूं सतगुर दा महल प्राप्त हो जाए, गुर ते महल प्राप्ते जिस लिखिया होवे मत, सतगुर दी मत दे महल दे अंदर जांदा है, ते उत्थे की हुंदा है, गुर ते महल प्राप्ते होण तो बाद की हुंदा है, नानक बद्दा घर तहां जिथे मिरत न जन्म जरा। बुढ़ापा भी नहीं है, मौत भी नहीं है, जमना भी नहीं है, बार बार अवगुणा वाला जीवन वाला जमदा मरदा नहीं है मेरा मन। और ये चंगे गुणां नूं लैके उन्हां अनुसार जीण लग पैंदा है। जो किछ पाया सो एका वार कर कर वेखै सिरजणहार। वो अपने जिस तरह रब जी ने सारी सृष्टि साजी हुई है, इस तरह वो भी अपनी चंगी सृष्टि साज के इसनूं रैलिश करदा है, इसकी सिरजना करके इसनूं देखदा है। ये एक पॉइंट मैं सिरजनहार दे इत्थे सांझ कर लवां। सतगुर दी मत लैके असी लिविंग ट्रेजर, जिसकी वैबसाइट है thelivingtreasure.org, पंजाबी च कहंदे जीवन जाच दा खजाना। आज तो 18 साल पहला असी ये प्रोग्राम शुरू किया सी। ये प्रोग्राम असी शुरू किया सी सतगुर दी मत लैके, करता पुरख वाले गुण लैके समाज दी नवीं सिरजना करना। सो असी लिविंग ट्रेजरी 'च कोशिश कर रहे हैं कि असी नवां समाज की घाड़त घड़ीए, जिहदे विच टैबूज ना होण, जिहदे विच जात पात दा वितकरा ना होवे, जिहदे विच नशा ना होवे, जिहदे विच दाज प्रथा ना होवे, जिहदे विच इस्त्री नाल धक्का ना कीता जाए। इस तरीके दे नाल समाज दे सारे टैबूज ला के उहदा जीवन मैं जी सकां। कर कर वेखै सिरजणहार, नानक सच्चे की साची कार। वो सच लैंदा है, मन सच्चा हो जाता है और सच्ची कार कमांदा है। जिवें रब जी की सारी नियमावली सृष्टि सच्ची है ना, उन्होंने जिहड़ी रब जी की नियमावली सृष्टि सच्ची हुंदी है, उन्होंने असी रोज़ पढ़ते हाँ। तू मेरो प्यारो तां कैसी भूखा, तू मन वसिया लगे ना दुखा, जां तुध भावै तां हर गुण गाऊं। अगे की पढ़ते हैं, तेरे घर सदा सदा है न्याऊं। रब जी की सारी नियमावली सच्ची है। जिस दिन सच्ची उत्ते प्रतीति आ जाती है, डंडा प्रतीत आ जाती है, उस दिन इंसान ये लफज कभी नहीं बोलता, भगवान पता नहीं नीचे कब आएगा, कब इंसाफ करेगा। फिर ये ख्याल मुक जाते हैं। फिर ये ख्याल नहीं आता बहुत यहाँ पर बेइंसाफ़ी हो रही है और भगवान जी तुम अवतार लो और नीचे आओ। नहीं, उसनों पक्का विश्वास है रब जी सत नाम ने, उन्हों का नियमावली सच्ची है, साचे की साची नाई है, ये सृष्टि सच्ची है, ये सच दे लॉस चलते हैं। ट्रुथ प्रिवेल्स, कूड़ निखुट्टे नानका ओढ़क सच रही, तो वो समझ जाता और वो आप भी सच्ची कार कमान लग पैंदा है। कूड़ छड़ के नानक सच्चे की साची कार। आदेश तिसे आदेश, ऐसी मत नूं मैं आदेश करदा हाँ, समर्पित हाँ, सरेंडर करदा हाँ। आद शुरू तो मीनस जिस दिन असी सतगुर दी मत लैंदे हाँ और उसनूं अमली तौर ते जीण लगदे हाँ, साडी नवीं सृष्टि दी साजना हुंदी है। शुरू विच असी समझिया सी तीरथ नावां जे तिस पावां, जे मैनू पाउंदा है तुहाडा तीरथ
ਤੀਰਥ ਮਤਲਬ ਤੁਹਾਡੇ ਗੁਣਾਂ ਦਾ ਤੀਰਥ, ਉਹਨੂੰ ਗੁਰ ਸਮਾਨ ਤੀਰਥ ਨਹੀਂ ਕੋਈ ਕਹਿੰਦੇ ਨੇ। ਅੰਤਰ ਦੀ ਜਿਹਦੇ ਨਾਲ ਗਤੀ ਹੁੰਦੀ ਹੈ, ਅੰਤਰਗਤ ਤੀਰਥ ਮਲ ਨਹਾਓ, ਇੰਟਰੋਸਪੈਕਸ਼ਨ ਕਰਨਾ ਔਰ ਆਪਣੇ ਅਵਗੁਣ ਛੱਡ ਕੇ ਚੰਗੇ ਗੁਣਾਂ ਦੇ ਤੀਰਥ ਤੇ ਨਹਾਣਾ, ਉਹਨੂੰ ਕਹਿੰਦੇ ਨੇ ਰਾਮਦਾਸ ਸਰੋਵਰ ਨਹਾਤੇ। ਰਾਮਦਾਸ ਮਤਲਬ ਚੰਗੇ ਚੰਗੇ ਗੁਣਾਂ ਦੀ ਸਤਸੰਗਤ ਦੇ ਸਰੋਵਰ ਵਿੱਚ ਨਹਾਣਾ। ਬਾਹਰਲੇ ਕਿਸੇ ਪਾਣੀ ਦੇ ਨਾਲ ਨਹਾਉਣ ਦੀ ਗੱਲ ਨਹੀਂ ਚੱਲ ਰਹੀ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਪਾਣੀ ਦੇ ਨਾਲ ਤਾਂ ਗੁਰੂ ਸਾਹਿਬ ਕਹਿੰਦੇ ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ मेंढक नहावे। वहाँ तो डड्डू मच्छियाँ रोज़ नहाते हैं, उनकी तो बड़ी गति हो गई फिर। पर साढ़े ਜਿਹੜੇ ਜਾਂਦੇ ਨੇ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇੱਕ ਪਾਉ ਲੱਥੀ ਨਾਤਿਆ ਦੋਏ ਪਾਚੜੀਅਸ ਹੋਰ, ਬਾਹਰ ਧੋਤੀ ਤੂਮੜੀ ਅੰਦਰ ਵਿਸ ਨਿਕੋਰ। ਬਟ साध भले अण नहात्या चोर से चोरा चोर। जो नहाने जाते हैं पानी से कहीं भी वो चोर होते हैं। साध भले अण नहात्या चोर से चोरा चोर नहाण जाते ने। चोर सोचते ने मेरी गति हो गई, मेरा पाप लथ गए। गुरु साहब कहते नहीं, मन तो पाप ला, मन मैले सब किछ मैला। बारों बारों तन धोंदा है, तन धोता है, मन अच्छा ना होए। ਤੀਰਥ ਨਾਵਾਂ ਜੇ ਤਿਸ ਪਾਵਾਂ। ਮੈਨੂੰ ਤੁਹਾਡਾ ਤੀਰਥ ਪਸੰਦ ਆਇਆ, ਮੈਂ ਨਹਾਤਾ। ਵੀਣ ਪਾਣੇ ਜੇ ਮੈਨੂੰ ਪਸੰਦ ਹੀ ਨਾ ਆਉਂਦਾ ਕਿ ਨਹਾਏ ਕਰੀ, ਮੈਂ ਕੀ ਨਹਾਣਾ ਸੀ। ਪਰ ਤੁਹਾਡੇ ਤੀਰਥ 'ਤੇ ਨਹਾਉਣ ਨਾਲ ਮੈਨੂੰ ਫਾਇਦਾ ਕੀ ਹੋਇਆ? ਜੇ ਤਿਸੀ ਠੁਪਾਈ ਵੇਖਾਂ, ਮੇਰੇ ਚੰਗੇ ਗੁਣਾਂ ਦੀ ਸਿਰਜਣਾ ਕਰ ਦਿੱਤੀ ਤੁਸੀਂ ਨੇ, ਨਵੀਂ ਸ੍ਰਿਸ਼ਟੀ ਸਾਜ ਦਿੱਤੀ। ਜੇ ਤਿਸੀ ਠੁਪਾਈ ਵੇਖਾਂ, ਇਹ ਵੇਖਾਂ ਕੌਣ ਹੈ? ਮਨ। ਮਨ ਦੀ ਨਵੀਂ ਸ੍ਰਿਸ਼ਟੀ ਦੀ ਸਾਜਨਾ ਹੋ ਗਈ। ਸਾਡਾ ਇੱਕ ਨਸ਼ਾ ਸੈਮੀਨਾਰ ਹੋਇਆ ਸੀ, ਮੈਨੂੰ ਉਹ ਗੱਲ ਯਾਦ ਆਈ ਹੈ। ਇੱਕ ਸੱਜਣ ਕਹਿੰਦੇ ਨੇ, ਮੈਂ ਆਪਣੇ ਘਰ ਆਪਣੇ ਵੋਟੀ ਨੂੰ, ਆਪਣੇ ਸੱਸ ਸਹੁਰਾ ਨੂੰ ਔਰ ਆਪਣੇ ਮਾਂ ਪਿਓ ਨੂੰ ਕਿਹਾ ਸੀ, ਅੱਜ ਜਿਹੜਾ ਨਸ਼ਾ ਸੈਮੀਨਾਰ ਭੁਪਿੰਦਰ ਸਿੰਘ ਅਮਰੀਕਾ ਤੋਂ ਆ ਕੇ ਕਰ ਰਿਹਾ, ਬੜਾ ਨਾਂ ਸੁਣਿਆ ਆ ਉਹਦਾ, ਮੈਂ ਉਹਦਾ ਸੈਮੀਨਾਰ ਸੁਣ ਕੇ ਆਵਾਂਗਾ ਔਰ ਸ਼ਰਾਬ ਨਹੀਂ ਛੱਡਾਂਗਾ, ਬਲਕਿ ਭੁਪਿੰਦਰ ਸਿੰਘ ਨੂੰ ਆਦਤ ਪਾ ਦਿਆਂਗਾ ਸ਼ਰਾਬ ਪੀਣ ਦੀ। ਇਹ ਉਹ ਘਰੋਂ ਕਹਿ ਕੇ ਆਏ ਸਨ। ਲੇਕਿਨ ਸੈਮੀਨਾਰ ਦੇ ਪਤਾ ਨਹੀਂ ਵਿਚਕਾਰ ਕਿਸ ਵੇਲੇ ਉਹਨਾਂ ਨੂੰ ਕਿਹੜੀ ਗੱਲ ਉਹਨਾਂ ਦੇ ਹਿਰਦੇ ਨੂੰ ਟੁੰਬ ਗਈ। ਉਹਨਾਂ ਨੇ ਬਾਅਦ ਵਿੱਚ ਆ ਕੇ ਸਰੈਂਡਰ ਕੀਤਾ ਅਤੇ ਸਾਡੇ ਨਾਲ ਕਿਤਨੀ ਕਾਉਂਸਲਿੰਗਸ ਦੇ ਨਾਲ ਜਾਂਦੇ ਨੇ ਕਿ ਸ਼ਰਾਬੀਆ ਕਿਤਨੇ ਬਾਣੇ ਮਾਰੇਗਾ, ਕਿਤਨੇ ਪਾਖੰਡ ਕਰੇਗਾ, ਕਿਤਨੇ ਟਕੌਂਸਲੇ ਕਰੇਗਾ। ਉਸ ਹਰ ਕਿਸਮ ਦਾ ਪਖੰਡ ਮੈਨੂੰ ਪਤਾ ਹੈ ਤੇ ਅਸੀਂ ਲੋਕਾਂ ਦਾ ਨਸ਼ਾ ਛੁਡਾਉਣਾ ਸ਼ੁਰੂ ਕੀਤਾ, ਉਹੀ ਉਹ ਪੰਮੀ ਜੀ ਦੇ ਕਾਰਨ। ਪਰ ਪੰਮੀ ਜੀ ਕਹਿੰਦੇ ਨੇ ਮੇਰੀ ਸ਼ਰਾਬ ਛੁੱਟ ਗਈ, ਨਵੀਂ ਸ੍ਰਿਸ਼ਟੀ ਬਣ ਗਈ, ਨਵਾਂ ਜੱਗ ਬਣ ਗਿਆ। ਉਸ ਤੋਂ ਬਾਅਦ ਮੈਨੂੰ ਕੀ ਸਵਾਦ ਆਇਆ? ਜੇ ਤਿਸੀ ਠੁਪਾਈ ਵੇਖਾਂ ਵਿਣ ਕਰਮਾ। ਇਹ ਚੰਗੇ ਗੁਣਾਂ ਦੇ ਮਤ ਦੇ ਕਰਮਾ ਮੀਨਸ ਫਲਸਫਾ, ਗ੍ਰੇਸ, ਕਿਰਪਾ ਬਿਨਾਂ ਮੈਨੂੰ ਮਿਲਣੀ ਨਹੀਂ ਸੀ। ਵਿਣ ਕਰਮਾ ਕੇ ਮਿਲੇ ਲਈ ਉਹ ਸ੍ਰਿਸ਼ਟੀ ਜਿਹੜੀ ਸਜਦੀ ਹੈ, ਉਹਦਾ ਸਟਾਰਟ ਪਤਾ ਨਹੀਂ ਹੁੰਦਾ ਕਦੋਂ ਹੁੰਦਾ। ਉਸ ਨੂੰ ਕੋਈ ਕਲੇਮ ਨਹੀਂ ਕਰ ਸਕਦਾ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾ ਨਾ कोई नहीं क्लेम कर सकता मैं कितने बज के कितने मिनट कितने सेकंड पे एलिवेट हो गया था, मेरी नई सृष्टि सज गई थी, मैं चंगे करैक्टर का हो गया था। कोई नहीं कह सकता। पर जिहड़ी इसका आद बनना लभ्या नहीं जा सकता। लेकिन जदों भी शुरू होता है वैन एवर आद, ਉਹ ਵਾਲੀ ਮਤ ਨਾਲ ਅਨੀਲ ਜਿਹਦੇ ਨਾਲ ਵਿਕਾਰਾਂ ਦੇ ਖਿਆਲ ਨਹੀਂ ਆਉਂਦੇ ਨੇ, ਅਨਾਦ ਜਿਸ ਦਾ ਹਮੇਸ਼ਾ ਵਾਸਤੇ ਸੱਚ ਦੀ ਮਤ ਲੈ ਕੇ ਉਸ ਦਾ ਨਾਦ ਹਮੇਸ਼ਾ ਵੱਜਦਾ ਰਹਿੰਦਾ ਹੈ, ਅਨਾਹਤ ਜੋ ਅਨਇੰਟਰਪਟਿਡ ਰਹਿੰਦਾ ਹੈ, ਉਸ ਦੇ ਜੁਗ ਜੁਗ ਇੱਕੋ ਵੇਸ, ਉਸ ਨੂੰ ਮਤ ਉੱਤੇ ਪਾ ਕੇ ਰੱਖਣਾ। ਮੈਂ ਇਸ ਨੂੰ ਰੀਕੈਪ ਕਰਨ ਤੋਂ ਬਾਅਦ ਫਾਈਨਲੀ ਆਪ ਜੀ ਨਾਲ ਇੱਥੇ ਸਾਂਝ ਨੂੰ ਕੰਪਲੀਟ ਕਰਾਂਗਾ ਕਿ ਅਸੀਂ ਪਹਿਲੇ ਦਿਨ ਮੁੰਦਾ ਸੰਤੋਖ ਵੇਲੇ ਪੜ੍ਹਿਆ ਸੀ, ਜੁਗ ਜੁਗ ਇੱਕੋ ਵੇਸ। ਸਾਰੇ ਖਿਆਲ ਸੁਭਾਅ ਉੱਤੇ ਇੱਕ ਸਤਿਗੁਰ ਦੀ ਮੱਤ ਦਾ ਵੇਸ ਧਾਰਨ ਕਰਦਾ ਹੈ। ਸੁਰਤ ਮਤ ਮਨ ਬੁੱਧ ਉੱਤੇ ਸਤਿਗੁਰ ਦੀ ਮੱਤ ਦਾ ਚੋਲਾ ਪਾ ਲੈਂਦਾ ਹੈ। ਰੋਬ ਆਫ ਆਨਰ ਕਰਮੀ ਆਵੇ ਕੱਪੜਾ ਦਾ। ਹਰ ਇੱਕ ਖਿਆਲ ਯੁਗ ਸੋਚਣੀ ਦੇ ਢੰਗ 'ਤੇ ਸਤਿਗੁਰ ਦੀ ਮੱਤ ਦੀ ਓढ़नी ਪਾ ਲੈਂਦਾ ਹੈ। ਵਿਰਲਾ ਮਨ ਚੰਗੇ ਗੁਣਾਂ ਨਾਲ ਉਜਵਲ ਸੁਭਾਅ ਦਾ ਸਦਕਾ ਨਵੀਂ ਸ੍ਰਿਸ਼ਟੀ ਪ੍ਰਾਪਤ ਕਰਦਾ ਹੈ ਜੋ ਕਦੇ ਵਿਨਾਸ਼ ਨਹੀਂ ਹੁੰਦੀ, ਅਨਾਹਤ। ਰੱਬ ਜੀ ਦੇ ਗੁਣਾਂ ਨੂੰ, ਰੱਬ ਜੀ ਦੀ ਕੁਆਲਿਟੀ ਨੂੰ, ਲਾਜ਼ ਆਫ ਨੇਚਰ ਨੂੰ ਫੂਲ ਨਹੀਂ ਕੀਤਾ ਜਾ ਸਕਦਾ। ਸਦੀਵੀ ਮੁਖ ਉਜਲ ਵਾਲਾ ਸਚਿਆਰਾ ਸੁਭਾਅ ਤਦੋਂ ਪ੍ਰਾਪਤ ਹੁੰਦਾ ਹੈ ਜਦੋਂ ਰੋਮ ਰੋਮ ਸਾਰੇ ਜੱਗ ਹਰੇਕ ਖਿਆਲ ਉੱਤੇ ਸੋਦਰ ਤੋਂ ਗੁਣਾਂ ਦੀ ਸੰਭਾਲ ਕਰਕੇ ਸਤਿਗੁਰ ਦੀ ਮੱਤ ਦਾ ਚੋਲਾ ਓੜ ਲਵੋ ਤਾਂ। ਉਹਨੂੰ ਕਹਿੰਦੇ ਨੇ ਸੱਚੋ ਓਰ ਹੈ,
ओर है मीनस होंदा ओढ़ना, मत उते सच दी मत दा चोला पाना, सचो ओर है सबको। फिर की होंदा उपर सच आचार, उहदा उच्चा आचारण वाला जीवन बन जाता है, उसनूं एलीवेशन कहते हैं। सो ये उसनूं मत प्राप्त होती है, तो जुग जुग एक कुवेस वाली मत प्राप्त करके वो सदीवी रब जी दे गुणा दे नाल अवगुणी रहत जीवन जीना सीखता है।